ਸਤਨਾਮ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਏਹੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹੰ ਮੇਵ। ਨਾਨਕ ਪ੍ਰਭ ਸਰਣਾਗਤੀ, ਕਰ ਪ੍ਰਸਾਦ ਗੁਰਦੇਵ। ਜਿਉ ਜਾਨੋ ਤਿਉ ਰਾਖ, ਹਰ ਪ੍ਰਭ ਤੇਰਿਆ। ਕੇਤੇ ਗਨੋ ਅਸੰਖ, ਅਵਗੁਣ ਮੇਰਿਆ। ਬੇਸੁਮਾਰ ਅਥਾਹ, ਅਗਨਤ ਅਤੁਲੈ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰਾ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ। ਜਹਾਂ ਲੋਭ ਤਹ ਕਾਲ ਹੈ, ਜਹਾਂ ਖਿਮਾ ਤਹ ਆਪ। ਜਹਾਂ ਲੋਭ ਤਹ ਕਾਲ ਹੈ, ਜਹਾਂ ਖਿਮਾ ਤਹ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ, ਦਇਆ ਨਿਧ, ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਮਿਹਰਮਤ ਹੈ, ਦਇਆ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਬਖਸ਼ਿਸ਼ ਭਰੀ ਨਦਰ ਕਰਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤ ਸੰਗਤ ਰੂਪ ਵਿੱਚ ਜੁੜਨ ਦਾ, ਗੁਰੂ ਸ਼ਬਦ ਦੀ ਕਾਰ ਕਮਾਉਣ ਦਾ, ਆਪਣੇ ਮਨੁੱਖਾ ਜੀਵਨ ਨੂੰ ਅਧਿਆਤਮਕ ਅਰਥ ਗ੍ਰਹਿਣ ਕਰਦਿਆਂ ਸਫਲ ਕਰਨ ਦਾ
ਆਪਣੇ ਜੀਵਨ ਨੂੰ ਨਾਮ ਰਸੀ ਅਵਸਥਾ ਦੇ ਸਹਿਤ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਬੜੇ ਸੁਭਾਗਸ਼ਾਲੀ ਹਾਂ ਜੋ ਆਪ ਜੀ ਸਤਿਗੁਰੂ ਕੀ ਬਖਸ਼ਿਸ਼ ਨੂੰ ਕੀਰਤਨ ਰੂਪ ਦੇ ਵਿੱਚ ਮਾਨਣ ਦਾ ਯਤਨ ਕਰ ਰਹੇ ਸੀ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਨਿਰੰਤਰ ਵਿਚਾਰ ਸ਼ਰਵਣ ਕਰਕੇ ਆਪ ਜੀ ਸਤਿਗੁਰੂ ਸ਼ਬਦ ਦੁਆਰਾ ਗਿਆਨ ਦੀ ਰਾਸ ਅਰਜਿਤ ਕਰਨ ਦਾ ਨਿਰਮਲ ਯਤਨ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਹਾ ਲੋਭ ਤਹ ਕਾਲ ਹੈ, ਜਹਾ ਖਿਮਾ ਤਹ ਆਪ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਤਿਨਾਂ ਦੇ ਪਾਵਨ ਉਚਾਰਨ ਸ਼ਲੋਕਾਂ ਦੀ ਆਪ ਜੀ ਲੜੀਵਾਰ ਵਿਆਖਿਆ ਸ਼ਰਵਣ ਕਰ ਰਹੇ ਸੀ। ਜਿਸ ਸ਼ਲੋਕ ਦੀ ਆਪ ਜੀ ਵਿਚਾਰ ਸ਼ਰਵਣ ਕਰ ਰਹੇ ਸੀ, ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਨਵਾਜਿਆ ਸੀ। ਜਹਾ ਗਿਆਨ ਤਹ ਧਰਮ ਹੈ। ਜਿੱਥੇ ਗਿਆਨ ਦੇ ਜਾਣਨ ਦਾ, ਬੁੱਝਣ ਦਾ, ਅਨੁਭਵ ਨੂੰ ਕਮਾਉਣ ਦੀ ਸਾਧਨਾ ਹੋਵੇ, ਉੱਥੇ ਧਰਮ ਦਾ ਠੀਕ ਸੰਤੁਲਨ ਕਾਇਮ ਰਹਿੰਦਾ ਹੈ। ਅਤੇ ਜਿੱਥੇ ਝੂਠ ਦੀ ਮੌਜੂਦਗੀ ਹੋ ਜਾਵੇ, ਭਾਵ ਕਿ ਮਨੁੱਖ ਸੱਚ ਤੋਂ ਕਿਨਾਰਾ ਕਰਕੇ ਅਤੇ ਸੱਚ ਦੇ ਉਲਟ ਜੋ ਨਕਲ ਹੈ, ਜੋ ਅਸ਼ੁੱਧ ਹੈ, ਜੋ ਅਧੂਰਾ ਹੈ, ਉਹਦੇ ਅਨੁਸਾਰ ਜੀਵਨ ਦਾ ਕਰਮ ਕਰਨ ਲੱਗ ਪਵੇ ਤਾਂ ਉੱਥੇ ਪਾਪ ਉਤਪੰਨ ਹੋਣਾ ਸ਼ੁਰੂ ਹੋ ਜਾਂਦਾ ਹੈ। ਲੜੀਵਾਰ ਨੁਕਤੇ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਜਹਾਂ ਝੂਠ ਤਹਿ ਪਾਪ। ਜਿੱਥੇ ਮਨੁੱਖ ਜਗਤ ਦੀ ਅਸਲੀਅਤ ਨੂੰ ਵਿਸਾਰ ਦਿੰਦਾ ਹੈ, ਜਿੱਥੇ ਮਨੁੱਖ ਆਪਣੇ ਮਨ ਦੀ ਸਾਰੀ ਜਿਹੜਾ ਪ੍ਰਭਾਵ ਹੈ ਉਹਨੂੰ ਜਾਣਦਿਆਂ ਹੋਇਆਂ ਵੀ ਉਹਦੇ ਤੋਂ ਕਿਨਾਰਾ ਕਸ਼ੀ ਕਰਦਾ ਹੈ, ਜਿੱਥੇ ਮਨੁੱਖ ਝੂਠ ਦੇ ਸਹਿਤ ਹੋਇਆ ਸਾਰੇ ਤਰ੍ਹਾਂ ਦੇ ਅਵਗੁਣਾਂ ਨੂੰ ਧਾਰਨ ਕਰਦਾ ਹੈ, ਠੱਗੀ, ਫਰੇਬੀ, ਕਪਟੀ ਆਦਿਕ, ਤਾਂ ਉਹ ਝੂਠ ਦਾ ਇੱਕ ਵਾਰੀ ਮੌਜੂਦ ਹੋਣਾ ਸਾਰੇ ਪਾਪ ਨੂੰ ਲਗਾਤਾਰ ਵਧਾਈ ਚੱਲਦਾ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਹੁਣ ਅਗਲੇ ਨੁਕਤੇ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਹਾਂ ਲੋਭ ਤਹ ਕਾਲ ਹੈ। ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਜਹਾ ਲੋਭ ਤਹ ਕਾਲ ਹੈ। ਜਦ ਮਨੁੱਖ ਇਸ ਦੁਨਿਆਵੀ ਜਗਤ ਦੇ ਸੰਪਰਕ ਵਿੱਚ ਆਉਂਦਾ ਹੈ, ਜਿਹਨੂੰ ਅਸੀਂ ਰੋਜ਼ਾਨਾ ਅਸਲ 'ਚ ਗੁਰਬਾਣੀ ਨੂੰ ਜੇ ਸਾਨੂੰ ਕੋ ਪੜ੍ਹਨ ਦਾ ਨੁਕਤਾ ਨਿਗਾਹ ਆ ਜਾਵੇ ਤਾਂ ਮਨੁੱਖ ਨੂੰ ਰੋਜ਼ਾਨਾ ਆਪਣੀ ਅਧਿਆਤਮਿਕ ਤਰੱਕੀ ਪ੍ਰਤੀਤ ਹੁੰਦੀ ਹੈ। ਨਿਤਨੇਮ ਦੇ ਵਿੱਚੋਂ ਸਾਡਾ ਸਭ ਤੋਂ ਵੱਡਾ ਸੰਕਟ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਦੱਸਿਆ ਗਿਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹੁਣ ਇਹਦਾ ਗਿਆਨਾਤਮਕ ਭਾਵ ਕੀ ਹੈ? ਭਗਤ ਕਬੀਰ ਸਾਹਿਬ ਜੀ ਕਹਿ ਰਹੇ, ਜਹਾਂ ਲੋਭ ਤਹ ਕਾਲ ਹੈ। ਜਦੋਂ ਮਨੁੱਖ ਦਾ ਜਨਮ ਹੁੰਦਾ ਹੈ, ਇਸ ਤੋਂ ਪਹਿਲਾਂ ਜਿਹੜਾ ਮਨੁੱਖ ਦਾ ਜੀਵਨ ਹੁੰਦਾ ਹੈ, ਉਹ ਸਿਮਰਨ ਦੀ ਉਚੇਰੀ ਅਵਸਥਾ ਦੇ ਵਿੱਚ ਰੰਗਿਆ ਹੋਣ ਕਰਕੇ ਉਹਨੂੰ ਸਰੀਰ ਦੀ ਸੁੱਧ ਨਹੀਂ ਪ੍ਰਤੀਤ ਹੁੰਦੀ। ਜਿਹੜਾ ਅਸੀਂ ਜਿਹਨੂੰ ਗਰਭ ਕਾਲ ਦਾ ਸਿਮਰਨ ਕਹਿੰਦੇ ਹਾਂ, ਉਹਦੇ ਵਿੱਚ ਬੰਦੇ ਦੀ ਜਿਹੜੀ ਸਿਮਰਨ ਦੀ ਅਵਸਥਾ ਹੈ ਉਹਨੂੰ ਸਰੀਰ ਦੀ ਪ੍ਰਤੀਤ ਨਹੀਂ ਹੁੰਦੀ, ਸਰੀਰ ਦਾ ਅਹਿਸਾਸ ਨਹੀਂ ਹੁੰਦਾ। ਉੱਥੇ ਕੇਵਲ ਉਹ ਸਰੀਰ ਦੇ ਢਾਂਚੇ ਵਿੱਚ ਟਲਿਆ ਹੁੰਦਾ, ਪਰ ਉਹ ਮਹਿਸੂਸ ਨਹੀਂ ਹੁੰਦਾ ਉਹਨੂੰ। ਇਸ ਕਰਕੇ ਕੇਵਲ ਆਪਣੀ ਯਾਦਾਸ਼ਤ ਸਿਮਰਨ ਦੇ ਸਹਾਰੇ 'ਤੇ ਉਹ ਬਿਲਕੁਲ ਇੱਕ ਵੱਡੇ ਕਿਸੇ ਊਰਜਾ ਦੇ ਸਰੂਪ ਨਾਲ ਜੁੜਿਆ ਹੁੰਦਾ, ਜਿਹਨੂੰ ਦੈਵੀ ਊਰਜਾ, ਪ੍ਰਭੂ ਦੀ ਯਾਦ ਅਸੀਂ ਆਖਦੇ ਹਾਂ। ਉਹਦੇ ਨਾਲ ਜੁੜਿਆ ਹੋਣ ਕਰਕੇ ਉਹਦਾ ਸਰੀਰ ਦਾ ਜੀਵਨ ਦੀ ਪ੍ਰਤੀਤ ਨਹੀਂ ਹੁੰਦੀ ਅਤੇ ਉਹਨੂੰ ਲਿਵ ਆਧਾਰਿਤ ਜੀਵਨ ਕਿਹਾ ਜਾਂਦਾ। ਅਸੀਂ ਜਿਹੜਾ ਸਿਮਰਨ ਦਾ ਅਭਿਆਸ ਮੌਖਿਕ ਤੌਰ 'ਤੇ ਕਰਦੇ ਹਾਂ, ਉਹਦਾ ਵੀ ਇਹੀ ਭਾਵ ਹੈ ਕਿ ਸਾਡੇ ਮਨ ਦੀ ਮੌਤ ਹੋ ਜਾਏ, ਸਾਡੇ ਸਰੀਰ ਦਾ ਜਿਹੜਾ ਸ਼ੈੱਲ ਬਣਿਆ ਹੋਇਆ ਜਿਹਦੇ ਵਿੱਚ ਲੋੜਾਂ, ਦੁੱਖ, ਹੋਰ ਬੜਾ ਕੁਝ ਵਿਆਪਦਾ ਹੈ, ਇਹ ਵੀ ਨਸ਼ਟ ਹੋ ਜਾਏ ਅਤੇ ਕੇਵਲ ਸਾਡਾ ਆਤਮ ਸਰੂਪ ਬਾਕੀ ਰਹੇ। ਇਹਨੂੰ ਲਿਵ ਆਧਾਰਿਤ ਜੀਵਨ ਕਹਿੰਦੇ ਨੇ। ਅਤੇ ਗੁਰੂ ਸਾਹਿਬ ਜੀ ਨੇ ਆਨੰਦ ਸਾਹਿਬ ਦੀ ਬਾਣੀ 'ਚ ਕਿਹਾ ਹੈ, ਸਾਚੀ ਲਿਵੈ ਬਿਨ ਦੇਹ ਨ ਮਾਣਿਕ। ਜਿੰਨਾ ਚਿਰ ਇਸ ਉਚੇਰੇ ਜੀਵਨ ਨੂੰ ਭਗਤੀ ਦੇ ਨਾਲ,
ਗਿਆਨ ਦੀ ਸਾਧਨਾ ਦੇ ਨਾਲ ਪ੍ਰਾਪਤ ਕਰਕੇ ਆਪਣੇ ਮਨ ਦੇ ਛੋਟੇਪਣ ਨੂੰ ਨਹੀਂ ਛੱਡਦੇ, ਆਪਣੀ ਦੇਹ ਦੀ ਜਿਹੜੀ ਕਾਲ ਵਾਲੀ ਛੱਲ ਬਣਿਆ ਹੋਇਆ ਉਹਨੂੰ ਨਹੀਂ ਤੋੜਦੇ, ਉਹਨਾਂ ਚਿਰ ਲਿਵ ਵਾਲਾ ਜੀਵਨ ਕਾਇਮ ਨਹੀਂ ਹੋਣਾ ਅਤੇ ਜ਼ਿੰਦਗੀ ਨਿਮਾਣਿਆਂ ਵਰਗੀ ਰਹਿਣੀ ਆ। ਜਿਵੇਂ ਕਿਸੇ ਬੰਦੇ ਦੇ ਸਰੀਰ ਵਿੱਚ ਊਰਜਾ ਨਾ ਹੋਵੇ, ਥੋੜ੍ਹਾ ਬਿਮਾਰੀਆਂ ਦੇ ਨਾਲ ਗ੍ਰਸਤ ਰਵੇ ਤਾਂ ਉਹਦੇ ਕੋਲ ਆਪਣੀਆਂ ਵੀ ਕਿਰਿਆਵਾਂ ਨਹੀਂ ਹੋ ਸਕਦੀਆਂ, ਤਾਂ ਫਿਰ ਉਹਨੂੰ ਨਿਮਾਣੇ ਸ਼ਬਦ ਦੇ ਨਾਲ ਸੰਬੋਧਨ ਕੀਤਾ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰ ਰਹੇ, ਜਹਾਂ ਲੋਭ ਤਹ ਕਾਲ ਹੈ, ਨੁਕਤਾ ਨਿਗਾਹ ਦੇ ਸਨਮੁਖ ਖਰਜ ਕਰਨਾ ਕਿ ਲਿਵ ਛੁੜਕੀ। ਜਦੋਂ ਜਨਮ ਦਾ ਆਰੰਭ ਹੁੰਦਾ ਹੈ, ਜਨਮ ਹੁੰਦੇ ਸਾਰ ਇਹ ਜਗਤ ਦੇ ਸੰਪਰਕ ਵਿੱਚ ਆਇਆ ਹੈ। ਪਹਿਲਾਂ ਸਿਮਰਨ ਆਧਾਰਿਤ ਜੀਵਨ ਸੀ ਅਤੇ ਉਹਦੇ ਨਾਲ ਆਪਣਾ ਆਤਮਿਕ ਜੀਵਨ ਵੱਡਾ ਸੀ। ਮਨ ਦਾ ਅਤੇ ਸਰੀਰ ਦਾ ਜੀਵਨ ਉਹਦੇ ਸਾਹਮਣੇ ਛੋਟੇ ਸਨ, ਜਿਹੜਾ ਲਿਵ ਇਕਾਗਰਤਾ ਵਾਲਾ ਜੀਵਨ ਸੀ। ਜਦੋਂ ਸੰਸਾਰ ਦੇ ਵਿੱਚ ਆਇਆ ਸਰੀਰ, ਇੱਥੇ ਵੀ ਵਿਦਵਾਨਾਂ ਨੇ ਬੜਾ ਬਾਰੀਕ ਨੁਕਤਾ ਕਿਹਾ ਕਿ ਇੱਥੇ ਵੀ ਲੋਭ ਕੰਮ ਕਰਦਾ ਕਿ ਬੰਦੇ ਦੇ ਅੰਦਰ ਸੰਸਾਰ ਦੇ ਆਉਣ ਦੀ ਚਾਹਤ ਹੁੰਦੀ ਹੈ। ਜਿਹੜਾ ਸਰੀਰ ਦਾ ਆਕਾਰ ਮਾਲਕ ਨੇ ਸਾਜਿਆ ਹੈ, ਉਹਨੂੰ ਮਹਿਸੂਸ ਕਰਨ ਦਾ ਇਹਦੇ ਅੰਦਰ ਖਿਆਲ ਹੁੰਦਾ। ਇਹ ਬੜਾ ਸੂਖਮ ਲੋਭ ਹੁੰਦਾ ਹੈ, ਪਰ ਕਹਿੰਦੇ ਅਚੇਤ ਹੁੰਦਾ, ਇਸ ਕਰਕੇ ਇਹਨੂੰ ਲੋਭ ਵੀ ਨਹੀਂ ਕਿਹਾ ਜਾ ਸਕਦਾ। ਜਦੋਂ ਇਸ ਗੱਲ ਨੂੰ ਲੈ ਕੇ ਸੰਸਾਰ ਦੇ ਵਿੱਚ ਜੀਵ ਆਉਂਦਾ ਹੈ, ਤਾਂ ਆਉਂਦਿਆਂ ਹੀ ਜਦੋਂ ਸਰੀਰ ਕਿਉਂਕਿ ਆਪਣੀ ਉਸ ਨੂੰ ਛੱਡ ਦਿੱਤਾ, ਤਾਂ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਉਹ ਰੋਵੈ ਦੁੱਖ ਆਪਣਾ। ਉਹ ਇੱਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ, ਅਤੇ ਜਦੋਂ ਆ ਕੇ ਸੰਸਾਰ ਵਿੱਚ ਉਹਦਾ ਪਹਿਲਾ ਰੋਣਾ ਹੈ, ਉੱਥੇ ਫਿਰ ਦੁਨੀਆ ਭਰ ਦੇ ਅਨੁਭਵੀ ਪੁਰਸ਼ਾਂ ਨੇ ਕਿਹਾ ਕਿ ਮਨੁੱਖ ਦਾ ਸਭ ਤੋਂ ਪਵਿੱਤਰ ਅਤੇ ਜਿਹੜਾ ਸਹੀ ਅਤੇ ਸੱਚਾ ਰੋਣਾ ਹੈ, ਉਹਦਾ ਪਹਿਲੇ ਜਨਮ ਸਮੇਂ ਰੋਣਾ ਹੈ। ਬਾਕੀ ਸਾਰੇ ਰੋਣੇ ਉਹਦੇ ਝੂਠੇ ਨੇ, ਜ਼ਿੰਦਗੀ ਭਰ ਜਿੰਨੇ ਵੀ ਰੋਂਦਾ ਹੈ। ਅਸਲ ਉਹਦਾ ਰੋਣਾ ਉਹੀ ਸੀ ਕਿ ਜਿੱਦਣ ਆਪਣੇ ਅਧਿਆਤਮਿਕ ਸੰਕਟ ਕਰਕੇ ਰੋਏ ਸੀ। ਇਸ ਰੋਣ ਨੂੰ ਹੀ ਜਿਹੜਾ ਬੰਦਾ ਸਾਰੀ ਜ਼ਿੰਦਗੀ ਆਪਣੇ ਜੀਵਨ ਦੀ ਅਧਿਆਤਮਿਕ ਸਾਧਨਾ ਬਣਾਉਂਦਾ ਹੈ, ਉਹੀ ਸਤਸੰਗੀ ਦਾ ਰੁਤਬਾ ਗ੍ਰਹਿਣ ਕਰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਹਾਂ ਲੋਭ, ਜਦੋਂ ਸਰੀਰ ਧਾਰ ਕਰਕੇ ਆਇਆ, ਪਹਿਲਾਂ ਲਿਵ ਇਕਾਗਰਤ ਜੀਵਨ ਸੀ ਅਤੇ ਸਰੀਰ ਛੋਟਾ ਸੀ। ਸਰੀਰ ਦੀਆਂ ਲੋੜਾਂ, ਸਰੀਰ ਦੇ ਸੰਕਟ ਬੜੇ ਛੋਟੇ ਸਨ। ਹੁਣ ਜਦੋਂ ਜਗਤ ਵਿੱਚ ਆਇਆ ਹੈ, ਮਾਇਆ ਦੇ ਨਾਲ ਸੰਬੰਧ ਬਣਿਆ ਹੈ ਅਤੇ ਸਰੀਰ ਦੀ ਪ੍ਰਤੀਤ ਦਾ ਅਹਿਸਾਸ ਹੋਇਆ ਹੈ, ਅਤੇ ਸਰੀਰ ਦੀਆਂ ਲੋੜਾਂ ਵੀ ਨਾਲ ਜੁੜ ਗਈਆਂ ਨੇ। ਪਹਿਲੀ ਦਫਾ ਲੋੜਾਂ ਤੋਂ ਅਚੇਤ ਇੱਥੇ ਆ ਕੇ ਵੀ ਮੈਂ ਇੱਕ ਦਫਾ ਆਪ ਜੀ ਦੇ ਨਾਲ ਵਿਚਾਰ ਅਰਜ ਕੀਤੀ ਸੀ, ਸ਼ਾਇਦ ਆਪ ਜੀ ਨੂੰ ਖਿਆਲ ਹੋਵੇ ਕਿ ਜਦੋਂ ਮਨੁੱਖ ਦੇ ਸਰੀਰ ਦੀ ਪ੍ਰਤੀਤ ਵੀ ਨਾ ਬੜਾ ਚਿਰ ਬਾਅਦ ਆ ਕੇ ਬਣਦੀ ਹੈ, ਸ਼ੁਰੂ 'ਚ ਨਹੀਂ ਬਣਦੀ। ਬੱਚੇ ਨੂੰ ਭੁੱਖ ਲੱਗੇਗੀ ਤਾਂ ਉਹ ਕਹਿੰਦਾ ਮੈਨੂੰ ਨਹੀਂ ਭੁੱਖ ਲੱਗੀ, ਉਹ ਆਪਣੇ ਢਿੱਡ 'ਤੇ ਹੱਥ ਲਗਾ ਕੇ ਦੱਸਦਾ ਕਿ ਇਹਨੂੰ ਭੁੱਖ ਲੱਗੀ ਹੈ। ਇਸ ਕਰਕੇ ਜਿਹੜੀ ਸਹਿਸਕ੍ਰਿਤੀ ਬਾਣੀ ਉਹਦੇ ਵਿੱਚ ਨੁਕਤਾ ਅਰਜ ਕੀਤਾ ਸੀ ਕਿ ਉਹਦੀ ਜਿਹੜੀ ਸਰੀਰ ਦੀ ਪ੍ਰਤੀਤ ਆ ਉਹ ਵੀ ਬੜੇ ਸਾਲਾਂ ਬਾਅਦ, ਕੋਈ 6-7 ਸਾਲ ਬਾਅਦ ਜਾ ਕੇ ਬਣਨੀ ਸ਼ੁਰੂ ਹੁੰਦੀ ਹੈ। ਉਹਦੇ ਅੰਦਰ ਮੈਂ ਦਾ ਦਖਲ ਫਿਰ ਹੌਲੀ ਹੌਲੀ ਪੀੜਾ ਹੋਣਾ ਸ਼ੁਰੂ ਹੋ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਹਾਂ ਲੋਭ, ਜਦੋਂ ਜੀਵਨ ਆਰੰਭ ਹੋਇਆ, ਜਿਵੇਂ ਜਿਵੇਂ ਸਰੀਰ ਦੀ ਪ੍ਰਤੀਤ ਵੱਧਦੀ ਗਈ, ਮਨ ਦਾ ਸੰਸਾਰ ਵੱਧਦਾ ਗਿਆ ਅਤੇ ਆਤਮਾ ਦਾ ਜੀਵਨ ਛੋਟਾ ਹੁੰਦਾ ਗਿਆ ਅਤੇ ਸਿਮਰਨ ਦਾ ਸਹਾਰਾ ਛੁੱਟਦਾ ਗਿਆ, ਤਾਂ ਕੇਵਲ ਦੇਹ ਅਤੇ ਕੇਂਦਰਿਤ ਜੀਵਨ ਰਹਿ ਗਿਆ। ਹੁਣ ਦੇਹ ਅਤੇ ਕੇਂਦਰਿਤ ਜੀਵਨ ਦੇ ਵਿੱਚ ਕੀ ਹੋਇਆ? ਜਿਹੜਾ ਆਤਮਿਕ ਜੀਵਨ ਸੀ ਉਹਦੇ ਵਿੱਚ ਦੁੱਖ ਭੁੱਖ ਨਹੀਂ ਵਿਆਪਦੇ ਸਨ। ਸਰੀਰ ਦੇ ਤਲ 'ਤੇ ਆ ਕੇ ਆਪਣੀ ਚੇਤਨਾ ਨੂੰ ਸੀਮਿਤ ਕਰਕੇ ਜਿਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਸਰੀਰ ਦਾ ਹੀ ਜੀਵਨ ਪ੍ਰਮੁੱਖ ਹੋ ਗਿਆ। ਸਰੀਰ ਦੇ ਜੀਵਨ ਨੂੰ ਜਦੋਂ ਜਿਉਣਾ ਸ਼ੁਰੂ ਕਰ ਦਿੱਤਾ ਚੇਤਨਾ ਦੇ ਤਲ 'ਤੇ, ਸਰੀਰ ਦਾ ਜੀਵਨ ਸਰਲ ਜਿਹਾ ਆਖ ਦੇਵਾਂ ਕਿ ਜਿਹੜੇ ਬੰਦੇ ਨੂੰ ਕਦੀ ਇਸ ਗੱਲ ਦਾ ਖਿਆਲ ਹੀ ਨਹੀਂ ਆਉਂਦਾ ਕਿ ਮੇਰੇ ਮਨ ਅੰਦਰ ਕੀ ਚੱਲ ਰਿਹਾ ਹੈ, ਕਿ ਉਹਨੂੰ ਕਿਵੇਂ ਸ਼ਾਂਤ ਕਰਨਾ, ਜਿਹਦਾ ਸਾਰਾ ਧਿਆਨ ਆਪਣੇ ਸਰੀਰ ਉੱਪਰ ਹੀ ਕੇਂਦਰਿਤ ਰਹਿੰਦਾ ਹੈ, ਉਹਨੂੰ ਤਨਮय ਕੋਸ਼ ਵਾਲਾ ਜੀਵਨ ਕਹਿੰਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਹਾਂ ਲੋਭ, ਜਦੋਂ ਸਰੀਰ ਦੇ ਤਲ 'ਤੇ ਆਪਣੀ ਚੇਤਨਾ ਨੂੰ ਸੀਮਿਤ ਕਰ ਲੈਂਦਾ ਅਤੇ ਆਪਣੇ ਆਪ ਨੂੰ ਕੇਵਲ ਸਰੀਰ ਹੀ ਸਮਝਦਾ ਹੈ, ਤਾਂ ਉਦੋਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਨੂੰ ਇੱਕ ਖਾਲੀਪਣ ਦਾ ਅਹਿਸਾਸ ਹੁੰਦਾ ਹੈ। ਅੰਦਰਲੇ ਪਾਸੇ ਨੂੰ ਲੱਗਦਾ ਕਿ ਕੁਝ ਖਾਲੀ ਹੈ। ਜਿਵੇਂ ਸਰੀਰ, ਜਿਵੇਂ ਹੁਣ ਇਹਦੇ ਵਿੱਚੋਂ ਨਾ ਮੈਂ ਇੱਕ ਜੈਨ ਮਤ ਦਾ ਨੁਕਤਾ ਪੜ੍ਹ ਰਿਹਾ ਸੀ, ਉਹ ਕਹਿੰਦੇ ਕਿ ਮਰਿਆਦਾ ਦੀ ਮਨੁੱਖ ਗੱਲ ਕਰਦਾ ਹੈ। ਪ੍ਰਭੂ ਸਾਰਿਆਂ ਨੂੰ ਨੰਗੇ ਪੈਦਾ ਕਰਦਾ, ਨੰਗੇ ਜਾਂਦਾ ਹੈ। ਇਹ ਦੈਵੀ ਮਰਿਆਦਾ ਹੈ। ਭਾਵੇਂ ਇੱਥੋਂ ਬਾਹਰ ਆ ਕੇ ਕਹਿੰਦੇ ਮਨੁੱਖ ਨੇ ਧਾਰਨ ਕੀਤੀ। ਹੁਣ ਜਦੋਂ ਸਰੀਰ ਆਧਾਰਿਤ ਜੀਵਨ ਜਿਉਂਦਾ ਹੈ, ਪਹਿਲਾਂ ਸਰੀਰ ਆਧਾਰਿਤ, ਸਰੀਰ ਦੀਆਂ ਅੰਦਰੂਨੀ ਲੋੜਾਂ ਭੋਜਨ ਕਰਕੇ ਉਹ ਤ੍ਰਿਪਤ ਹੋ ਰਹੀਆਂ ਨੇ, ਪਰ ਉਹਨਾਂ ਲੋੜਾਂ ਦੇ ਵਿੱਚ ਹੌਲੀ ਹੌਲੀ ਰਸ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਉਸ ਰਸ ਦੇ ਕਰਕੇ ਇੱਛਾ ਅਤੇ ਇੱਛਾ ਕਰਕੇ ਤ੍ਰਿਸ਼ਨਾ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਇਸ ਤਰ੍ਹਾਂ ਕੀ ਹੁੰਦਾ? ਹੁਣ ਸਰੀਰ ਆਧਾਰਿਤ ਜੀਵਨ ਕੀ ਹੈ? ਜਿਹੜਾ ਬੰਦਾ ਆਪਣੀ ਚੇਤਨਾ ਨੂੰ ਸਰੀਰ ਤੱਕ ਸੀਮਿਤ ਕਰਕੇ ਜਿਉਂਦਾ ਹੈ, ਉਹ ਸਮਝਦਾ ਹੈ ਕਿ ਮੈਨੂੰ ਸਰੀਰ ਨੂੰ ਸੰਤੁਲਨ, ਸਰੀਰ ਨੂੰ ਭਰਪੂਰ ਰੱਖਣ ਦੇ ਲਈ ਯਤਨ ਕਰਨੇ ਚਾਹੀਦੇ ਨੇ।
ਜਦੋਂ ਇਹ ਪ੍ਰਵਿਰਤੀ ਉਹਦੇ ਅੰਦਰ ਆਉਂਦੀ ਹੈ ਤਾਂ ਉਹਨੂੰ ਖਾਲੀਪਣ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ। ਖਾਲੀਪਣ ਕੀ, ਭਾਵੇਂ ਵਸਤਰ ਪਹਿਨੇ ਨੇ ਤਾਂ ਵੀ ਮਨ ਦੇ ਅੰਦਰ ਖਾਲੀਪਣ ਲੱਗ ਗਿਆ ਕਿ ਉਹ ਉੱਜਲ ਨਹੀਂ, ਬੜੇ ਕੀਮਤੀ ਨਹੀਂ। ਭੋਜਨ ਦੇ ਨਾਲ ਪੇਟ ਦੀ ਅਗਨ ਸ਼ਾਂਤ ਹੋ ਗਈ ਹੈ, ਪਰ ਫਿਰ ਵੀ ਪਦਾਰਥਾਂ ਦੇ ਜਿਹੜੇ ਰਸ ਹਨ, ਲਿਵ ਛੁੜਕੀ ਧਿਆਨ 'ਚ ਰੱਖਣਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਉਹ ਹੌਲੀ ਹੌਲੀ ਛੁੜਕਦੀ ਲੱਗੀ। ਹੁਣ ਸਰੀਰ ਦੀਆਂ ਲੋੜਾਂ ਦੀ ਪੂਰਤੀ ਕਰਨੀ, 2 ਪ੍ਰਸ਼ਾਦੇ 4 ਪ੍ਰਸ਼ਾਦੇ ਠੀਕ ਨੇ, ਪਰ ਹੁਣ ਉਸ ਸੰਸਾਰ ਦੇ ਨਾਲ ਜਿਹਨੂੰ ਮਾਇਆ ਅਮਰ ਕਿਹਾ ਹੈ, ਉਹਦੇ ਵਿੱਚ ਪਦਾਰਥਾਂ ਦੇ ਰਸਾਂ ਤੋਂ ਜਾਣੂ ਹੋ ਗਿਆ ਅਤੇ ਉਹ ਰਸ ਹੁਣ ਅੰਦਰ ਦਖਲ ਦੇ ਰਹੇ ਨੇ, ਅਤੇ ਉਹਨਾਂ ਰਸਾਂ ਨੇ ਇੰਨਾ ਜ਼ਿਆਦਾ ਦਖਲ ਦੇ ਦਿੱਤਾ ਹੈ ਕਿ ਆਪਣੇ ਆਤਮਿਕ ਜੀਵਨ ਦਾ ਜਿਹੜਾ ਸਿਮਰਨ ਵਾਲਾ ਰਸ ਹੈ ਉਹਦੀ ਖਬਰ ਹੀ ਭੁੱਲ ਗਈ। ਤਾਂ ਕਰਕੇ ਕਿਹਾ ਮਾਇਆ ਅਮਰ ਵਰਤਾਇਆ, ਕਿ ਟੁੱਟਦਾ ਹੀ ਨਹੀਂ ਜੀਵਨ ਪਰ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਮਨੁੱਖ ਦੇ ਅੰਦਰ ਚੇਤਨਾ ਵਿੱਚ ਖਾਲੀਪਣ ਵਾਪਰਦਾ ਹੈ, ਉਹ ਫਿਰ ਲੋਭ ਦੀ ਪ੍ਰਵਿਰਤੀ ਪੈਦਾ ਹੁੰਦੀ ਹੈ। ਫਿਰ ਉਸ ਲੋਭ ਦੀ ਪ੍ਰਵਿਰਤੀ ਨੂੰ ਬੜੀਆਂ ਚੀਜ਼ਾਂ ਦੇ ਨਾਲ ਭਰਨ ਦਾ ਯਤਨ ਕਰਦਾ, ਘਰ ਦੇ ਨਾਲ, ਮਕਾਨ ਦੇ ਨਾਲ, ਪਦਾਰਥਾਂ ਨਾਲ, ਵਿਸ਼ਿਆਂ ਵਿਕਾਰਾਂ ਦੇ ਨਾਲ। ਇਸ ਕਰਕੇ ਲੋਭ ਦਾ ਮੂਲ ਅਰਥ ਹੈ ਉਹ ਪ੍ਰਵਿਰਤੀ ਜਿਹੜੀ ਸਾਨੂੰ ਅਧੂਰੇ ਹੋਣ ਦਾ ਅਹਿਸਾਸ ਕਰਾਵੇ। ਮੈਂ ਇੱਕ ਸੂਫੀ ਫਕੀਰ ਦਾ ਕਥਨ ਪੜ੍ਹਿਆ ਸੀ ਬਚਪਨ ਦੇ ਵਿੱਚ, ਅਜੇ ਤੱਕ ਯਾਦ ਹੈ। ਕਹਿੰਦਾ ਬੰਦਾ ਅਸਲ ਦੇ ਵਿੱਚ ਦੁਖੀ, ਮਤਲਬ ਗਰੀਬ ਉਹ ਨਹੀਂ ਜਿਹਦੀ ਗਰੀਬੀ ਤੰਗ ਕਰੀ ਰੱਖਦੀ ਹੈ। ਕਹਿੰਦਾ ਗਰੀਬ ਅਸਲ ਦੇ ਵਿੱਚ ਉਹ ਆ ਜਿਹਦਾ ਲੋਭ ਹਰ ਵੇਲੇ ਤੰਗ ਕਰੀ ਰੱਖਦਾ ਹੈ, ਕਿ ਜਿਹਨੂੰ ਹਰ ਵੇਲੇ ਉਹਦਾ ਲੋਭ ਅਧੂਰਾ, ਘੱਟ, ਥੋੜ੍ਹੇ ਹੋਣ ਦਾ ਅਹਿਸਾਸ ਕਰਵਾਉਂਦਾ ਰਹਿੰਦਾ। ਦੁਨੀਆ ਦਾ ਸਭ ਤੋਂ ਵੱਡਾ ਉਹ ਗਰੀਬ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਲੋਭ ਤਹਿ ਕਾਲ ਹੈ। ਜਿੱਥੇ ਲੋਭ ਹੈ, ਕਾਲ ਦਾ ਸਿੱਧਾ ਅਰਥ ਉੱਥੇ ਮੌਤ ਹੈ, ਉੱਥੇ ਦੁੱਖ ਹੈ, ਉੱਥੇ ਥੁੜ ਹੈ, ਉੱਥੇ ਕਸ਼ਟ ਹੈ। ਇੱਕ ਹੋਰ ਵੀ ਨੁਕਤਾ ਆਪਦੇ ਸਨਮੁਖ ਅਰਜ਼ ਕਰਦੇ ਹਾਂ, ਅਸੀਂ ਕਾਲ ਦਾ ਅਰਥ ਬਹੁਤਾ ਮੌਤ ਹੀ ਸਮਝਦੇ। ਅਸਲ 'ਚ ਕਾਲ ਦਾ ਅਰਥ ਦੇ ਵਿੱਚ ਸਾਰਾ ਕੁਝ ਆਉਂਦਾ ਹੈ। ਦੁੱਖ ਵੀ ਕਾਲ ਦੇ ਵਿੱਚ ਆਉਂਦਾ। ਜਿਹੜੀਆਂ ਵੀ ਅਸੀਂ ਵਿਪਰੀਤ ਸਥਿਤੀਆਂ ਮੰਨਦੇ ਹਾਂ, ਜਿਵੇਂ ਦੁੱਖ ਨੂੰ ਅਸੀਂ ਚੰਗਾ ਨਹੀਂ ਮੰਨਦੇ, ਜਿਵੇਂ ਥੁੜ ਨੂੰ, ਕਮਜ਼ੋਰੀ ਨੂੰ, ਘਾਟ ਨੂੰ, ਅਵਗੁਣ ਨੂੰ ਅਸੀਂ ਨਹੀਂ ਮੰਨਦੇ, ਸਾਰਾ ਕਾਲ ਦਾ ਪ੍ਰਭਾਵ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿੱਥੇ ਲੋਭ ਹੁੰਦਾ ਉੱਥੇ ਕਾਲ ਬਣਦਾ। ਇਸ ਕਰਕੇ ਮੂਲ ਸਮੱਸਿਆ ਕੀ ਹੈ ਕਿ ਬੰਦੇ ਅੰਦਰ ਲੋਭ ਦੀ ਲੋਭ ਦੀ ਪ੍ਰਵਿਰਤੀ ਕਦੋਂ ਪੈਦਾ ਹੁੰਦੀ ਹੈ? ਜਦੋਂ ਆਪਣੇ ਆਪਣੀ ਚੇਤਨਾ ਨੂੰ ਸਰੀਰ ਤੱਕ ਸੀਮਿਤ ਕਰ ਲੈਂਦਾ ਹੈ, ਅਤੇ ਫਿਰ ਸਰੀਰ ਦਾ ਜੀਵਨ ਤਾਂ ਫਿਰ ਅਧੂਰਾ ਹੀ ਰਹੇਗਾ, ਕਿਉਂਕਿ ਪੇਟ ਦੀ ਜਠਰ ਅਗਨੀ ਚੱਲ ਰਹੀ ਹੈ ਅਤੇ ਰੋਜ਼ ਰੋਜ਼ ਅਗਨੀ ਨੂੰ ਬੁਝਾਉਣਾ ਪਏਗਾ। ਫਿਰ ਉਹ ਅਗਨੀ ਤ੍ਰਿਸ਼ਨਾ ਬਣ ਜਾਂਦੀ ਹੈ, ਵਾਸਨਾ ਬਣ ਜਾਂਦੀ ਹੈ, ਫਿਰ ਮਨੁੱਖ ਦਾ ਚੱਲਦਾ ਹੀ ਚੱਲਦਾ ਜਾਂਦਾ। ਇਸ ਕਰਕੇ ਲੋਭ ਦੇ ਗੁਰਬਾਣੀ 'ਚ ਨਾ ਲੱਭ ਲੋਭ ਸ਼ਬਦ ਵੀ ਆਉਂਦਾ। ਲੱਭ ਲੋਭ ਸ਼ਬਦ ਦਾ ਕਾਰਨ ਕੀ ਹੈ? ਲੱਭ ਲੋਭ ਸ਼ਬਦ ਦਾ ਕਾਰਨ ਹੈ ਕਿ ਜਦੋਂ ਮਨੁੱਖ ਦੇ ਅੰਦਰ ਅਚੇਤ ਰੂਪ ਦੇ ਵਿੱਚ, ਜਿਵੇਂ ਅਸੀਂ ਕਿਸੇ ਚੀਜ਼ ਦੇ ਬਾਰੇ ਪ੍ਰਾਪਤੀ ਦੇ ਲਈ, ਹਥਿਆਉਣ ਦੇ ਲਈ, ਪ੍ਰਾਪਤ ਕਰਨ ਦੇ ਲਈ ਤ੍ਰਿਸ਼ਨਾ ਦੇ ਵਸ ਯਤਨ ਕਰ ਰਹੀ ਹੋ, ਪਰ ਸਾਨੂੰ ਨਾ ਪਤਾ ਹੋਵੇ ਅਸੀਂ ਕਰ ਰਹੇ ਹਾਂ, ਇਹਨੂੰ ਲੱਭ ਕਿਹਾ ਜਾਂਦਾ। ਅਤੇ ਜਦੋਂ ਇੱਛਾ ਗਿਆਨ ਬਣ ਕੇ ਪਤਾ ਲੱਗ ਜਾਂਦੀ ਹੈ ਅਤੇ ਸਾਨੂੰ ਪਤਾ ਵੀ ਹੁੰਦਾ ਕਿ ਅਸੀਂ ਇਸ ਚੀਜ਼ ਦਾ ਲੋਭ ਕਰ ਰਹੇ ਹਾਂ, ਉਹਨੂੰ ਲੋਭ ਕਿਹਾ ਜਾਂਦਾ। ਲੱਭ ਦਾ ਭਾਵ ਉਦੋਂ ਲੋਭ ਅਚੇਤ ਰੂਪ ਵਿੱਚ ਹੁੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਲੋਭ ਤਹਿ ਕਾਲ ਹੈ। ਜਿੱਥੇ ਲੋਭ ਦੀ ਪ੍ਰਵਿਰਤੀ ਹੋ ਜਾਂਦੀ ਹੈ, ਫਿਰ ਉਹ ਲੋਭ ਇੱਛਾ ਕਰਕੇ ਕਠੋਰ ਹੋ ਜਾਂਦਾ ਅਤੇ ਉੱਥੇ ਕਾਲ ਵਾਪਰਦਾ। ਹੁਣ ਇਹ ਪ੍ਰਮਾਣ ਆਪਦੇ ਸਨਮੁਖ ਅਰਜ਼ ਕਰਾਂ। ਜਦੋਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਲੋਭ ਤਹਿ ਕਾਲ ਹੈ, ਜਦੋਂ ਮਨੁੱਖ ਨੂੰ ਆਪਣੇ ਆਤਮਾ ਵਾਲੇ ਜੀਵਨ ਦੀ ਸੁੱਧ ਵਿਸਰ ਗਈ, ਉਹਨੇ ਸਰੀਰ ਵਾਲਾ ਜੀਵਨ ਲੋਭ ਦੇ ਅਧੀਨ ਜਿਉਣਾ ਸ਼ੁਰੂ ਕਰ ਦਿੱਤਾ ਅਤੇ ਉਹਨੇ ਬੜੀਆਂ ਵਸਤਾਂ ਦਾ ਸੰਗ੍ਰਹਿਣ ਕਰਨਾ ਸ਼ੁਰੂ ਕਰ ਦਿੱਤਾ। ਅਤੇ ਇਸ ਲੋਭ ਦਾ ਸਿਖਰ ਅਸੀਂ ਸੰਸਕ੍ਰਿਤੀ ਬਾਣੀ ਦੇ ਵਿੱਚ ਆਉਂਦਾ ਹੈ, ਹੇ ਲੋਭਾ ਲੰਪਟ ਸੰਗ ਸਿਰ ਮੋਰਹਿ ਅਨਕ ਲਹਿਰੀ ਕਲੋਲ ਤੇ ਧਾਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲ ਤੇ। ਤਾਂ ਫਿਰ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਜੀ ਕਿ ਜਦੋਂ ਲੋਭ ਦੀ ਪ੍ਰਵਿਰਤੀ ਸਵਾਰ ਹੁੰਦੀ ਹੈ, ਫਿਰ ਮਨੁੱਖ ਇਵੇਂ ਹੈ ਕਿ ਜਿਵੇਂ ਉਹਦੇ ਸਾਰੇ ਸਰੀਰ ਨੂੰ ਜੰਜੀਰਾਂ ਪਾ ਕੇ ਖਿੱਚ ਦਿੱਤਾ ਜਾਵੇ ਅਤੇ ਵਿੱਚ ਟੰਗ ਦਈਏ। ਨੇਤਰਾਂ ਵਿੱਚ ਲੋਭ ਪੈਦਾ ਹੋਇਆ ਅਤੇ ਜੋ ਸੁੰਦਰਤਾ ਹੈ ਉਹਦੀ ਭੁੱਖ ਪੈਦਾ ਹੋਈ, ਅਤੇ ਉਹਦੇ ਵਿੱਚ ਕਾਮ ਵੀ ਸਹਾਇਕ ਆ ਕੇ ਬਣ ਗਿਆ ਅਤੇ ਕਾਮ ਦੀ ਮਲੀਨਤਾ ਬਣੀ। ਕੰਨਾਂ ਦੁਆਰਾ ਇੱਕ ਨਿੰਦਿਆ ਰਸ ਦਾ ਲੋਭ ਬਣਿਆ। ਹੁਣ ਉਦਾਹਰਨ ਦੇ ਤੌਰ 'ਤੇ ਕਈ ਵਾਰੀ ਮਨੁੱਖ, ਜਿਵੇਂ ਆਮ ਗੱਲ ਹੈ ਇਸ ਕਰਕੇ ਜਦੋਂ ਸੰਸਕ੍ਰਿਤੀ ਬਾਣੀ 'ਚ 5 ਵਿਕਾਰਾਂ ਦੀ ਗੱਲ ਹੋਈ, ਇਹ ਨੁਕਤੇ ਬੜੇ ਐਕਸਪਲੇਨ ਹੋਏ ਸਨ ਕਿ ਜਿਹੜੇ ਲੋਭ ਹਨ ਇਹ ਇੱਕ ਦੂਜੇ ਨੂੰ ਸਹਾਰਾ ਦਿੰਦੇ ਨੇ। ਵਿਕਾਰ, ਜਦੋਂ ਇੱਕ ਵਿਕਾਰ ਪ੍ਰਭਾਵੀ ਹੁੰਦਾ, ਦੂਜੇ ਉਹਨੂੰ ਸਹਾਰਾ ਦਿੰਦੇ ਨੇ, ਜਦੋਂ ਤੀਜਾ ਹੁੰਦਾ ਉਹਨੂੰ ਪਹਿਲੇ ਸਹਾਰਾ ਦਿੰਦੇ ਨੇ। ਤਾਂ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਲੋਭ ਦੀ ਪ੍ਰਵਿਰਤੀ ਹੁੰਦੀ, ਸਭ ਤੋਂ ਪਹਿਲਾਂ ਲੋਭ ਦਾ ਕੀ ਨੁਕਸਾਨ ਹੁੰਦਾ? ਮਨੁੱਖ ਸਮਝਦਾ ਹੈ ਕਿ ਇੱਕ ਪਾਸੇ ਕਹਿੰਦਾ ਕਿ ਮਾਲਕ ਸਾਰਿਆਂ ਦਾ ਪ੍ਰਤਪਾਲਕ ਹੈ, ਸਭ ਕੁਝ ਉਹ ਜਾਣਦਾ ਹੈ। ਜਦੋਂ ਲੋਭ ਦੀ ਪ੍ਰਵਿਰਤੀ ਪੈਦਾ ਹੁੰਦੀ ਹੈ, ਉਦੋਂ ਕਹਿੰਦਾ ਨਹੀਂ, ਬੜਾ ਕੁਝ ਪਰਮੇਸ਼ਰ ਨੂੰ ਨਹੀਂ ਪਤਾ, ਮੈਨੂੰ ਆਪ ਯਤਨ ਕਰਨਾ ਚਾਹੀਦਾ।
ਚਲੋ ਕਿਰਤ ਦੇ ਨੁਕਤੇ ਤੋਂ, ਉਦਮ ਦੇ ਨੁਕਤੇ ਤੋਂ ਯਤਨ ਕਰਨਾ ਤਾਂ ਠੀਕ ਹੈ। ਇੱਥੇ ਆ ਕੇ ਮਨੁੱਖ ਆਪਣੇ ਜੀਵਨ ਨੂੰ ਭਰਪੂਰਤਾ ਦੇ ਸਹਿਤ ਕਰ ਵੀ ਲੈਂਦਾ ਹੈ, ਪਰ ਫਿਰ ਵੀ ਅੱਗੇ ਅੱਗੇ ਰਾਸ ਵੱਧਦੀ ਜਾਂਦੀ ਹੈ। ਅਤੇ ਆਪਣੇ ਲੋਭ ਦੇ ਲਈ ਜਿਹੜੀ ਆ ਧਰਤੀ ਕਲਿਆਣ ਰੂਪ ਅਕਾਲ ਪੁਰਖ ਨੇ ਸਾਜੀ ਹੈ, ਨਾਮ ਰੂਪ ਸਾਰਿਆਂ ਦੇ ਲਈ ਸਾਂਝੀ ਬਣਾਈ ਹੈ। ਆਪਣੇ ਲੋਭ ਕਰਕੇ ਮਨੁੱਖ ਆਪਣੇ ਘਰ ਦੇ, ਆਪਣੀ ਜ਼ਮੀਨ ਜਾਇਦਾਦ ਦੇ ਦਾਇਰੇ ਇੰਨੇ ਵਧਾ ਦਿੰਦਾ ਹੈ ਕਿ ਧਰਤੀ 'ਤੇ ਸਮਾਨ ਰੂਪ ਵਿੱਚ ਸਾਂਝੇ ਪੈਦਾ ਹੋਏ ਜੀਵ ਇੱਕ ਜਿਹੜਾ ਹੈ ਕਈ 100 ਕਿੱਲਿਆਂ ਦੇ ਵਿੱਚ ਇਕੱਲਾ ਰਹਿ ਰਿਹਾ ਹੈ। ਆਪਣੀ ਲੋਭ ਦੀ ਪ੍ਰਵਿਰਤੀ ਕਰਕੇ ਧਰਤੀ ਨੂੰ ਦੁੱਖ ਬਣਾ ਰਿਹਾ, ਕਾਲ ਬਣਾ ਰਿਹਾ। ਇਸ ਕਰਕੇ ਇੱਕ ਜਿਹੜਾ ਦੂਜਾ ਪੈਦਾ ਹੋਇਆ ਉਹਨੂੰ ਧਰਤੀ ਦਾ ਬੜਾ ਛੋਟਾ ਜਿਹਾ ਹਿੱਸਾ ਪ੍ਰਾਪਤ, ਇਸ ਕਰਕੇ ਇੱਕ ਦਾ ਲੋਭ ਦੂਜੇ ਲਈ ਕਾਲ ਬਣ ਰਿਹਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਲੋਭ ਤਹਿ ਕਾਲ ਹੈ। ਇਹ ਪਹਿਲਾ ਨੁਕਤਾ। ਦੂਜਾ ਨੁਕਤਾ, ਜਦੋਂ ਲੋਭ ਦੀ ਪ੍ਰਵਿਰਤੀ ਪੈਦਾ ਹੁੰਦੀ ਹੈ ਅਤੇ ਉਹ ਧਰਤੀ 'ਤੇ ਜਿਹੜੀਆਂ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਨੇ ਉਹਨਾਂ ਨੂੰ ਸਾਂਝੇ ਰੂਪ ਦੇ ਵਿੱਚ ਨਹੀਂ ਰਹਿਣ ਦਿੰਦੀ, ਉਹਨੂੰ ਤੋੜਨਾ ਅਤੇ ਆਪਣੇ ਅਧੀਨ ਕਰਨਾ ਸ਼ੁਰੂ ਕਰ ਦਿੰਦੀ ਹੈ। ਆਪਣੇ ਅਧੀਨ ਦਾ ਭਾਵ ਕਿ ਜੋ ਵੀ ਜਿਵੇਂ ਕੁਦਰਤੀ ਸੋਮਿਆਂ ਦੀ ਕੰਟਰੋਲਡ, ਅੱਜ ਸ਼ਾਇਦ ਸਾਨੂੰ ਨਹੀਂ ਪਤਾ, ਜਿਵੇਂ ਅਮਰੀਕਾ ਵਰਗੇ ਦੇਸ਼ਾਂ 'ਚ ਮਨਸੂਬੇ ਚੱਲ ਰਹੇ ਨੇ ਕਿ 2050 ਤੱਕ ਪੂਰੇ ਵਿਸ਼ਵ ਦਾ ਪਾਣੀ ਕੰਟਰੋਲ ਕਰ ਲਿਆ ਜਾਵੇ, ਕਿ ਮਨੁੱਖ ਦਾ ਕੋਈ ਕਾਨੂੰਨ, ਕੁਝ ਇਸ ਤਰ੍ਹਾਂ ਦੇ ਨਿਯਮ ਬਣਾ ਦਿੱਤੇ ਜਾਣ ਕਿ ਮਨੁੱਖ ਧਰਤੀ ਵਿੱਚੋਂ ਸਿੱਧਾ ਪਾਣੀ ਲੈ ਹੀ ਨਾ ਸਕੇ। ਉਹਨੂੰ ਜਿਵੇਂ ਅਸੀਂ ਬਾਕੀ ਚੀਜ਼ਾਂ ਪੈਕਟ ਜਾਂ ਬਾਜ਼ਾਰ 'ਚੋਂ ਮਿਲਦੀਆਂ ਨੇ, ਪਾਣੀ ਵੀ ਇਸ ਤਰ੍ਹਾਂ ਹੀ ਉਪਲਬਧ ਕਰਵਾਇਆ ਜਾਵੇ। ਇਸ ਤਰ੍ਹਾਂ ਦੇ ਵੱਡੇ ਵੱਡੇ ਮਨਸੂਬੇ ਉਹਨਾਂ ਦੇ ਮਾਇਆ ਦੇ ਚੱਲ ਰਹੇ ਨੇ। ਹੁਣ ਉਹ ਲੋਭ ਦੀ ਪ੍ਰਵਿਰਤੀ ਹੈ ਜਿਹੜੀ ਕੁਦਰਤੀ ਬਖਸ਼ਿਸ਼ ਪਾਣੀ ਤੋਂ ਮਨੁੱਖ ਨੂੰ ਮਹਿਦੂਦ ਕਰ ਦੇਗੀ ਅਤੇ ਕਾਲ ਵਰਗੀ ਸਥਿਤੀ ਪੈਦਾ ਕਰੇਗੀ। ਇਸ ਤਰ੍ਹਾਂ ਦੇ ਐਕਸਪੈਰੀਮੈਂਟ ਉਹਨਾਂ ਨੇ ਅਫਰੀਕਾ 'ਚ ਕਰ ਲਏ ਨੇ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਲੋਭ ਤਹਿ ਕਾਲ ਹੈ। ਇੱਕ ਦੇ ਅੰਦਰ ਪਦਾਰਥ ਪ੍ਰਵਿਰਤੀ ਦੇ ਇਕੱਠੇ ਕਰਨ ਦਾ ਲੋਭ ਪੈਦਾ ਹੋਇਆ, ਉਹ ਦੂਜਿਆਂ ਲਈ ਕਾਲ ਬਣਦਾ ਜਾ ਰਿਹਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਲੋਭ ਤਹਿ ਕਾਲ ਹੈ। ਇਹਦਾ ਤੀਜਾ ਨੁਕਤਾ, ਜਦੋਂ ਲੋਭ ਮਨੁੱਖ ਦੀ ਮਨੋਵਿਗਿਆਨਕ ਤੌਰ 'ਤੇ ਪ੍ਰਵੇਸ਼ ਕਰਦਾ ਹੈ ਅਤੇ ਮਨੁੱਖ ਫਿਰ ਵਿਕਾਰਾਂ ਦੇ ਸਹਿਤ ਉਹਦੇ ਵਿੱਚ ਫਸ ਜਾਂਦਾ। ਗੁਰਬਾਣੀ 'ਚ ਇੱਕ ਵਾਕ ਆਉਂਦਾ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਕਹਿੰਦੇ ਮ੍ਰਿਗ ਦਾ ਭਾਵ ਹਿਰਨ। ਹਿਰਨ ਨੂੰ ਘੰਡੇ ਹੇੜੇ ਦਾ ਨਾਦ ਜਿਹੜਾ ਉਹਨੂੰ ਕਹਿੰਦੇ ਨੇ ਉਹਨੂੰ ਸੁਣਾਈ ਦਿੰਦਾ ਹੈ, ਜਾਂ ਉਹਨੂੰ ਕਸਤੂਰੀ ਦੀ ਜਿਹੜੀ ਮਹਿਕ ਆਉਂਦੀ ਹੈ ਉਹਦੇ ਵਿੱਚ ਕੀ ਹੁੰਦਾ, ਉਹਨੂੰ ਅੰਦਰੋਂ ਆ ਰਹੀ ਹੈ। ਪਰ ਲੋਭ ਦੀ ਪ੍ਰਵਿਰਤੀ ਕਰਕੇ ਉਹਨੂੰ ਆਪਣਾ ਅੰਦਰ ਖਾਲੀਪਣ ਲੱਗਦਾ, ਕਿਉਂਕਿ ਪੂਰਾ ਚੇਤ ਨਹੀਂ ਹੁੰਦਾ ਅਤੇ ਆਪਣੇ ਉਸ ਅਧੂਰੇਪਣ ਨੂੰ ਬਾਹਰ ਲੱਭਦਾ ਹੈ। ਅਤੇ ਜਿਹੜਾ ਉਹ ਸ਼ਬਦ ਦਾ ਬਣਿਆ ਹੁੰਦਾ ਘੰਡੇ ਹੇੜੇ ਦਾ ਨਾਦ, ਕਸਤੂਰੀ ਦੀ ਮਹਿਕ, ਉਹਦੀ ਬਾਹਰ ਭਟਕਣਾ ਕਰਦਾ ਅਤੇ ਭਟਕਦਿਆਂ ਭਟਕਦਿਆਂ ਆਖਰ ਉਹਦੇ ਵਿੱਚ ਹੀ ਖੁਆਰ ਹੋ ਕੇ ਮਰ ਜਾਂਦਾ। ਲੋਭ ਪੈਦਾ ਕੀ ਹੋਇਆ ਕਿ ਕਸਤੂਰੀ ਦੀ ਮਹਿਕ ਜਿਹੜੀ ਅੰਦਰੋਂ ਬੁੱਝਣ ਦੀ ਬਜਾਏ ਬਾਹਰ ਤਲਾਸ਼ ਕਰਨ ਲੱਗ ਪਿਆ। ਇਸੇ ਤਰ੍ਹਾਂ ਮਨੁੱਖ ਦੇ ਅੰਦਰ ਜੀਵਨ ਦਾ ਆਨੰਦ ਹੈ, ਉਸ ਜੀਵਨ ਦੇ ਆਨੰਦ ਨੂੰ ਅੰਦਰੋਂ ਤਲਾਸ਼ਣ ਦੀ ਬਜਾਏ ਪਦਾਰਥਾਂ ਦੀ ਭਰਪੂਰਤਾ ਬਾਹਰੀ ਸਾਧਨਾਂ ਦੇ ਨਾਲ ਭਰਦਾ ਹੈ ਤਾਂ ਆਖਰ ਅਧੂਰਾ ਰਹਿੰਦਾ ਹੈ। ਹੁਣ ਹਾਥੀ ਆਪਣੇ ਆਪ ਦੇ ਵਿੱਚ ਪੂਰਾ ਕੋਈ ਗੱਲ ਨਹੀਂ। ਇੱਕ ਕਾਮ ਵਾਸਨਾ ਦਾ ਲੋਭ ਜਾਗਿਆ ਅਤੇ ਕਾਗਜ਼ ਦੀ ਹੱਥਣੀ ਦੇਖ ਕੇ ਉੱਧਰ ਹੀ ਤਰਫ ਚੱਲ ਗਿਆ, ਉੱਥੇ ਜਾ ਕੇ ਪਕੜਿਆ ਗਿਆ। ਇੱਕ ਭੌਰਾ ਫੁੱਲ ਦੇ ਵਿੱਚੋਂ ਰਸ ਲੈ ਕੇ ਤ੍ਰਿਪਤ ਹੋ ਗਿਆ ਹੈ, ਪਰ ਰਸ ਹੋਰ ਮਿਲ ਜੇ ਸਵੇਰ ਤੋਂ ਸ਼ਾਮ ਤੱਕ ਫੁੱਲ ਦੇ ਵਿੱਚ ਰਿਹਾ। ਉੱਧਰੋਂ ਕੁਦਰਤੀ ਵਿਧਾਨ ਕਰਕੇ ਸ਼ਾਮ ਵੇਲੇ ਫੁੱਲ ਨੇ ਸਿਮਟਣਾ ਸੀ, ਭੌਰਾ ਵਿੱਚ ਹੀ ਮਰ ਗਿਆ। ਇਸੇ ਤਰ੍ਹਾਂ ਪਤੰਗਾ ਰੌਸ਼ਨੀ ਦੇ ਉੱਪਰ, ਪਤਾ ਹੈ ਕਈ ਵਾਰੀ ਪਤੰਗਾ ਰੌਸ਼ਨੀ 'ਤੇ ਪਰ ਮਾਰ ਲੈਂਦਾ ਹੈ ਤਾਂ ਉਹਨੂੰ ਉਹ ਥੋੜ੍ਹਾ ਜਿਹਾ ਸੇਕ ਜਿਹੇ ਦਾ ਰਸ ਆ ਜਾਂਦਾ ਅਤੇ ਠੀਕ ਹੋ ਜਾਂਦਾ ਹੈ, ਪਰ ਉਹਦੀ ਲੋਭ ਦੀ ਜਿੱਦ ਕੇ ਹੋਰ ਕਰ ਲਵਾਂ, ਉਹਦੇ ਨਾਲ ਟਕਰਾਉਣ ਕਰਕੇ ਆਖਰ ਆਪਣਾ ਤਨ ਵੀ ਸਾੜ ਪੈਂਦਾ। ਪਰ ਤਾਂ ਸੜਨੇ ਹੀ ਸੜਨੇ, ਤਨ ਵੀ ਸੜ ਪੈਂਦਾ ਅਤੇ ਉਹਦੀ ਮੌਤ ਹੋ ਜਾਂਦੀ ਹੈ। ਇੱਕ ਮੱਛੀ ਉਂਝ ਸਾਗਰ ਦੀ ਬਾਦਸ਼ਾਹੀ ਹੁੰਦੀ ਹੈ, ਪਰ ਇੱਕ ਉਹ ਜਿਹੜਾ ਕੁੰਡੀ ਦੇ ਵਿੱਚ ਲੱਗਾ ਹੋਇਆ ਗੰਡੋਆ, ਉਹਦੇ ਲੋਭ ਵਿੱਚ ਉੱਥੋਂ ਤੱਕ ਆ ਜਾਂਦੀ ਹੈ ਅਤੇ ਫਿਰ ਫਸ ਜਾਂਦੀ। ਉਹਦਾ ਲੋਭ ਉਹਦੇ ਲਈ ਕਾਲ ਬਣਦਾ। ਤਾਂ ਇਸੇ ਤਰ੍ਹਾਂ ਕਈ ਵਾਰੀ ਪੰਛੀ ਉਂਝ ਬੜੀ ਦਾਣਿਆਂ ਦੀ ਪ੍ਰਾਪਤੀ ਲੋਭ ਦੇ ਵਿੱਚ ਆ ਕੇ ਜਾਲ ਵਿੱਚ ਫਸ ਜਾਂਦੇ ਨੇ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਹਨ ਜਹਾਂ ਲੋਭ ਤਹਿ ਕਾਲ ਹੈ। ਹੁਣ ਇਹਦੇ ਵਿੱਚ ਇੱਕ ਮੈਨੂੰ ਸੂਫੀਜ਼ਮ ਦਾ ਨੁਕਤਾ ਯਾਦ ਆ ਗਿਆ। ਉਹਨਾਂ ਨੇ ਬੜੀ ਕਮਾਲ ਦੀ ਗੱਲ ਸਮਝਾਈ। ਕਹਿੰਦੇ ਦੇਖੋ ਅਸਮਾਨ ਅਤੇ ਧਰਤੀ ਦੇ ਵਿੱਚ ਕੁਝ ਵੀ ਨਹੀਂ ਹੈਗਾ, ਕੇਵਲ ਹਵਾ ਹੈ। ਕਹਿੰਦੇ ਅਸਮਾਨ ਅਤੇ ਧਰਤੀ ਦੇ ਵਿੱਚ ਕੁਝ ਨਹੀਂ ਹੈਗਾ। ਇਹਦਾ ਮਤਲਬ ਕੀ ਹੈ ਕਿ ਧਰਤੀ ਦੇ ਉੱਪਰ ਜੋ ਕੁਝ ਵੀ ਸੰਕਟ, ਦੁੱਖ, ਤਕਲੀਫ ਪੈਦਾ ਹੋਏਗੀ, ਇਹ ਆਕਾਸ਼ ਭਾਵ ਕਿ ਅਕਾਲ ਪੁਰਖ ਨੂੰ ਸੁੱਤੇ ਸਿੱਧ ਪਤਾ ਹੈ।
ਇੱਥੇ ਜਿੰਨੀਆਂ ਜੀਵਾਂ ਦੀਆਂ ਲੋੜਾਂ ਪੈਦਾ ਹੋਣੀਆਂ ਉਹ ਵੀ ਉਹਨੂੰ ਪਤਾ ਹੈ, ਪਰ ਕਹਿੰਦੇ ਮਨੁੱਖ ਆਪਣੀ ਲੋਭ ਦੀ ਪ੍ਰਵਿਰਤੀ ਕਰਕੇ, ਆਪਣੀ ਹਉਮੈ ਪੈਦਾ ਕਰਕੇ ਇਸ ਧਰਤੀ ਦੇ ਦੁੱਖ ਨੂੰ ਹੋਰਾਂ ਰੂਪਾਂ ਦੇ ਵਿੱਚ ਬਦਲਣ ਲੱਗ ਪੈਂਦਾ। ਇਸ ਕਰਕੇ ਭਰੋਸਾ ਹੀ ਵਿਸਾਰ ਦਿੰਦਾ ਹੈ। ਅਤੇ ਜਿਹੜਾ ਅਕਾਲ ਪੁਰਖ ਕੋਈ ਵਿਆਪਤ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਲੋਭ ਤਹਿ ਕਾਲ ਹੈ। ਜਿੱਥੇ ਲੋਭ ਦੀ ਪ੍ਰਵਿਰਤੀ, ਹੁਣ ਕਾਲ ਦਾ ਅਰਥ ਕੀ ਹੈ ਕਿ ਜਿੰਨਾ ਕੁਝ ਸਾਨੂੰ ਸੁੱਤੇ ਸਿੱਧ ਪ੍ਰਾਪਤ ਹੈ, ਜੇ ਉਹਦੇ 'ਤੇ ਸੰਤੁਸ਼ਟਗੀ ਨਹੀਂ ਹੈ ਜਾਂ ਉਹਦੇ ਵਿੱਚੋਂ ਬਖਸ਼ਿਸ਼ ਦਾ ਅਹਿਸਾਸ ਨਹੀਂ ਹੈ, ਅਤੇ ਜਿਹੜਾ ਵਧੀਕ ਛਲ ਕਪਟ ਕਰਕੇ ਜਾਂ ਕਿਸੇ ਢੰਗ ਨਾਲ ਪ੍ਰਾਪਤ ਵੀ ਕਰ ਲਵਾਂਗੇ, ਉਹ ਦੁੱਖ ਰੂਪ ਹੀ ਪੈਦਾ ਕਰੇਗਾ। ਇਸ ਕਰਕੇ ਜੈਨ ਮਤ ਅਤੇ ਬੋਧ ਮਤ ਨੇ ਇਸ ਗੱਲ ਨੂੰ ਬੜਾ ਬਰੀਕੀ ਨਾਲ ਸਮਝਾਇਆ। ਮਹਾਤਮਾ ਬੁੱਧ ਭਿੱਖਿਆ ਪਾਤਰ ਰੱਖਦੇ ਰਹੇ ਸਨ। ਭਿੱਖਿਆ ਪਾਤਰ ਦਾ ਮਤਲਬ ਮੰਗਣ ਦੇ ਲਈ। ਮਹਾਂਵੀਰ ਜੈਨ ਨੇ ਇਸ ਤੋਂ ਅਗਲਾ ਸਿਖਾਇਆ, ਕਹਿੰਦੇ ਜਿਹੜਾ ਭਿੱਖਿਆ ਪਾਤਰ ਹੈ ਉਹ ਵੀ ਦੂਜੇ ਕੋਲ ਲੈਣਾ ਪੈਂਦਾ, ਭਾਵੇਂ ਉਹ ਨਾਰੀਅਲ ਦਾ ਖੋਪਾ ਜਿਹਾ ਹੀ ਹੁੰਦਾ ਸੀ, ਪਰ ਕਹਿੰਦੇ ਇਹ ਵੀ ਸੰਸਾਰ ਤੋਂ ਲੈਣਾ ਪੈਂਦਾ। ਇਸ ਕਰਕੇ ਇੰਨਾ ਜ਼ਿਆਦਾ ਪਰਗ੍ਰਹਿ ਵਾਲਾ ਜੀਵਨ ਚਾਹੀਦਾ ਹੈ ਕਿ ਭਿੱਖਿਆ ਪਾਤਰ ਵੀ ਬਾਹਰੋਂ ਨਾ ਲੈਣਾ ਪਵੇ, ਆਪਣੇ ਹੱਥਾਂ ਨੂੰ ਹੀ ਭਿੱਖਿਆ ਪਾਤਰ ਬਣਾਇਆ ਜਾਵੇ। ਅਤੇ ਉਹ ਕਹਿੰਦੇ ਇੱਕ ਵਾਰੀ, ਇਸ ਕਰਕੇ ਉਹ ਇੱਕ ਹੱਥ ਦੇ ਨਾਲ ਨਹੀਂ ਸੀ ਮੰਗਦੇ, ਦੋਵਾਂ ਹੱਥਾਂ ਨਾਲ ਮੰਗਦੇ ਸਨ। ਇੱਕ ਵਾਰੀ ਜਿੰਨਾ ਭਰ ਗਿਆ ਉਹਨੂੰ ਉਵੇਂ ਹੀ ਲੈਣਾ। ਉਹਦੇ ਵਿੱਚੋਂ ਨੁਕਤਾ ਸਮਝਾਉਂਦੇ ਸਨ ਕਿ ਜਦੋਂ ਚੀਜ਼ਾਂ ਦੇ ਰਸਾਂ ਦਾ ਬੋਧ ਹੁੰਦਾ ਹੈ ਅਤੇ ਰਸਾਂ ਦੇ ਬੋਧ ਹੋਣ ਦੇ ਨਾਲ ਇੱਛਾ ਪੈਦਾ ਹੁੰਦੀ ਹੈ, ਅਤੇ ਇੱਛਾ ਜਦੋਂ ਮਨੁੱਖ ਦੇ ਕੋਲੋਂ ਕੰਟਰੋਲਡ ਨਹੀਂ ਹੁੰਦੀ ਤਾਂ ਇੱਛਾ ਕਿਤੇ ਜਾ ਕੇ ਤ੍ਰਿਸ਼ਨਾ ਬਣ ਜਾਂਦੀ ਹੈ। ਤ੍ਰਿਸ਼ਨਾ ਵੀ ਕਿਤੇ ਨਾ ਕਿਤੇ ਜਾ ਕੇ ਉਹਦਾ ਕੋਈ ਸੰਭਾਵਨਾ ਰਹਿੰਦੀ ਖਤਮ ਹੋਣ ਦੀ, ਪਰ ਜੇ ਤ੍ਰਿਸ਼ਨਾ ਵਾਸਨਾ ਵਿੱਚ ਦਖਲ ਹੋ ਜਾਏ ਤਾਂ ਇਹ ਅਗਲੇ ਜਨਮ ਤੱਕ ਚਲੀ ਜਾਂਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਇਸ ਕਰਕੇ ਬੰਦੇ ਅੰਦਰ ਬੜੇ ਤਰ੍ਹਾਂ ਦੇ ਲੋਭ ਚੱਲਦੇ ਨੇ, ਉਹਦੇ ਕੋਲ ਪਦਾਰਥਾਂ ਦਾ ਲੋਭ ਚੱਲਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਲੋਭ ਤਹਿ ਕਾਲ ਹੈ। ਹੁਣ ਲੋਭ ਕਰਕੇ ਜੋ ਕੁਝ ਸੰਚਦਾ ਹੈ, ਹੁਣ ਜਿਉਂਦੇ ਜੀ ਜੇ ਸਮਝ ਲੈਂਦਾ ਫਿਰ ਠੀਕ ਸੀ, ਜੇ ਨਹੀਂ ਸਮਝਦਾ ਲੋਭ ਕਰਕੇ ਜਿਤਨਾ ਸੰਚਿਆ ਹੈ ਉਹ ਫਿਰ ਕਾਲ ਦੀ ਮਾਰ ਕਰਕੇ ਸਾਰਾ ਕੁਝ ਛੁੱਟ ਜਾਂਦਾ ਹੈ, ਅਤੇ ਫਿਰ ਉਹ ਸਾਰਾ ਸੰਚਿਆ ਹੋਇਆ ਦੁੱਖ ਪੈਦਾ ਕਰਦਾ, ਅਤੇ ਮਨੁੱਖ ਸਮਝਦਾ ਜੀਵਨ ਦੀ ਬਾਜੀ ਲੋਭ ਦੇ ਵੱਸ ਆ ਕੇ ਹਾਰ ਗਏ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਲੋਭ ਤਹਿ ਕਾਲ ਹੈ। ਅੱਜ ਅਸੀਂ ਕਿਉਂਕਿ ਇੱਕ ਸਾਡੀ ਹੋਰ ਸਮੱਸਿਆ, ਅਸੀਂ ਅਜੇ ਗੁਰਬਾਣੀ ਦੀ ਵਿਆਖਿਆ ਨੂੰ ਬਹੁਤੀ ਵਾਰੀ ਅਧਿਆਤਮਿਕ ਨੁਕਤਿਆਂ ਤੋਂ ਕਰਦੇ। ਜਿਵੇਂ ਇੱਕ ਨੁਕਤਾ ਆਪਦੇ ਸਨਮੁਖ ਅਰਜ਼ ਕੀਤਾ ਕਿ ਇੱਕ ਕੈਪੀਟਲਿਸਟ ਥਾਟ ਦੇ ਬੰਦੇ ਦੇ ਅੰਦਰ ਲੋਭ ਪੈਦਾ ਹੋ ਰਿਹਾ ਅਮਰੀਕਾ ਦੇ ਵਿੱਚ, ਉਹ ਆਉਣ ਵਾਲੇ ਸਾਲਾਂ 'ਚ ਸਾਰੇ ਮਨੁੱਖਾਂ ਲਈ ਕਾਲ ਬਣ ਜਾਏਗਾ। ਇਹਦੇ ਤੋਂ ਪਤਾ ਲੱਗਦਾ ਕਿ ਗੁਰਬਾਣੀ ਦਾ ਵਿਸ਼ਵ ਵਿਆਪੀ ਆਈਡੀਆ ਜਿਹੜਾ ਸਾਨੂੰ ਸਮਝਾਉਣ ਦੇ ਲਈ ਸਾਡੀ ਵਿਆਖਿਆ ਦਾ ਇੱਕ ਹੋਰ ਵੀ ਸੰਕਟ ਹੈ। ਅਸੀਂ ਉਹਨੂੰ ਪੰਜਾਬ ਹੱਦ ਜਿੱਥੇ ਇੱਕ ਵਿਆਖਿਆ ਹੋ ਰਹਿੰਦੀ ਉੱਥੋਂ ਕੁ ਦਾਇਰੇ ਤੱਕ ਸੀਮਤ ਰੱਖਦੇ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਖਿਮਾਤ ਹੈ ਆਪ। ਤਾਂ ਇਸੇ ਤਰ੍ਹਾਂ ਜਦੋਂ ਲੋਭ ਦਾ ਵਿਆਪਤ ਹੁੰਦਾ ਹੈ ਉਹ ਧਰਤੀ 'ਤੇ ਥੁੜ ਵਪਰਾਉਂਦਾ ਹੈ। ਉਂਝ ਮਾਲਕ ਨੇ ਕੋਈ ਬਖਸ਼ਿਸ਼ ਨਹੀਂ ਰੋਕੀ ਹੋਈ, ਪਰ ਜਦੋਂ ਮਨੁੱਖ ਦਾ ਲੋਭ ਹਉਮੈ ਦੇ ਵੱਸ ਹੋ ਕੇ ਦਖਲ ਦਿੰਦਾ ਹੈ ਅਤੇ ਉਹ ਧਰਤੀ ਦੀਆਂ ਬਖਸ਼ਿਸ਼ਾਂ ਨੂੰ ਜਿਹੜਾ ਹੈ ਸੀਮਤ ਕਰ ਦਿੰਦਾ ਹੈ ਅਤੇ ਮਨੁੱਖਾਂ ਦੇ ਲਈ ਸੰਕਟ ਪੈਦਾ ਕਰਨਾ ਸ਼ੁਰੂ ਕਰ ਦਿੰਦਾ। ਸ਼ਾਇਦ ਆਪ ਜੀ ਨੂੰ ਪਤਾ ਹੋਵੇ ਕਿਸੇ ਸਮੇਂ ਫਿਰ ਅਫਰੀਕਾ ਦੇ ਵਿੱਚ ਉੱਥੋਂ ਦੀ ਆਬਾਦੀ ਨੂੰ ਘਟਾਉਣ ਦੇ ਲਈ, ਜਾਂ ਉਹ ਲੋਕ ਚੰਗੇ ਨਹੀਂ ਲੱਗਦੇ ਰੰਗ ਦੇ ਨੁਕਤੇ ਤੋਂ, ਉਹਨਾਂ ਨੂੰ ਖਤਮ ਕਰਨ ਦੇ ਲਈ ਜਾਣ ਬੁੱਝ ਕੇ ਕਾਲ ਦੀਆਂ ਸਥਿਤੀਆਂ ਬਣਾਈਆਂ ਗਈਆਂ ਸਨ ਉੱਥੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਲੋਭ, ਜਿਵੇਂ ਭਾਰਤ ਦੇ ਵਿੱਚ ਵੀ ਇੱਕ ਦੋ ਦਫਾ ਇਸ ਤਰ੍ਹਾਂ ਦਾ ਸਿਲਸਿਲਾ ਚੱਲਿਆ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਖਿਮਾ ਤਹਿ ਆਪ। ਅਤੇ ਇਸ ਕਰਕੇ ਜਿੱਥੇ ਲੋਭ ਹੈ ਉੱਥੇ ਕਾਲ ਹੋਵੇਗਾ ਹੀ ਹੋਵੇਗਾ। ਤਾਂ ਇਸੇ ਤਰ੍ਹਾਂ ਭਗਤ ਹੁਣ ਦੂਜੀ ਗੱਲ, ਜਦੋਂ ਮਨੁੱਖ ਲੋਭ ਦੀ ਪ੍ਰਵਿਰਤੀ ਵਿੱਚ, ਜਿਵੇਂ ਇਹਦਾ ਇੱਕ ਪੱਖ ਰਹਿ ਗਿਆ ਕਿ ਮਨੁੱਖ ਨੂੰ ਜੀਵਨ ਮਿਲਿਆ ਹੈ ਆਪਣੇ ਸਰੀਰ ਦੇ ਮਨ ਤੋਂ ਮੁਕਤੀ ਪਾਉਣ ਦੇ ਲਈ, ਪਰ ਲੋਭ ਦੇ ਵਿੱਚ ਫਸ ਕੇ ਪਦਾਰਥਾਂ ਦੇ ਮੋਹ ਵਿੱਚ ਫਸ ਜਾਂਦਾ ਹੈ ਅਤੇ ਆਪਣੇ ਜੀਵਨ ਨੂੰ ਜਿਹੜਾ ਇਸ ਸਰੀਰ ਤੋਂ, ਇਸ ਮਨ ਦੇ ਮਾਇਆ ਦੇ ਪ੍ਰਭਾਵ ਤੋਂ ਮੁਕਤ ਕਰਨਾ ਸੀ, ਲੋਭ ਕਰਕੇ ਫਿਰ ਇਹਦੇ ਵਿੱਚ ਫਸ ਜਾਂਦਾ ਅਤੇ ਆਵਾਗਮਨ ਦਾ ਮਨੁੱਖ ਦੇ ਉੱਪਰ ਚੱਕਰ ਫਿਰ ਬਣਿਆ ਰਹਿੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਖਿਮਾ ਤਹਿ ਆਪ। ਅਤੇ ਜਿੱਥੇ ਖਿਮਾ ਹੋਵੇ ਉੱਥੇ ਪਰਮੇਸ਼ਰ ਆਪ ਹੁੰਦਾ। ਇਸ ਕਰਕੇ ਧਰਮ ਦੇ ਜਿਹੜੇ ਪ੍ਰਮੁੱਖ ਗੁਣ ਨੇ ਉਹਨਾਂ ਦੇ ਵਿੱਚ ਦਇਆ ਤੋਂ ਬਾਅਦ ਖਿਮਾ ਆਉਂਦਾ ਹੈ। ਮੈਂ ਕੱਲ੍ਹ ਇਸ ਨੁਕਤੇ ਨੂੰ ਵਾਚਿਆ ਕਿ ਦਇਆ ਤੋਂ ਬਾਅਦ ਖਿਮਾ ਕਿਉਂ ਆਉਂਦਾ, ਇਹਦਾ ਰਿਲੇਸ਼ਨ ਕੀ ਆਪਸ ਦੇ ਵਿੱਚ। ਇਹਦਾ ਰਿਲੇਸ਼ਨ ਇਵੇਂ ਹੈ, ਖਿਮਾ ਦਾ ਸਰਲ ਜਿਹਾ ਭਾਵ ਇਹ ਹੈ ਕਿ ਕਿਸੇ ਦੇ ਗੁਣ, ਔਗਣ, ਦੋਸ਼, ਕਮਜ਼ੋਰੀ, ਘਾਟ, ਉਹਦੀ ਨਲਾਇਕੀ, ਕਿਸੇ ਤਰ੍ਹਾਂ ਦੀ ਨੂੰ ਪੱਖ ਨੂੰ ਵੀ ਦੇਖ ਕੇ ਕ੍ਰੋਧਿਤ ਨਾ ਹੋਣਾ, ਜਰਾ ਜਿੰਨਾ ਵੀ ਕ੍ਰੋਧ ਖਿਆਲ ਮਾਤਰ ਵੀ ਆਪਣੇ ਅੰਦਰ ਨਾ ਆਉਣਾ, ਤਾਂ ਇਹਨੂੰ ਖਿਮਾ ਦੀ ਅਵਸਥਾ ਕਿਹਾ ਜਾਂਦਾ ਕਿ ਉਹਦੇ ਅਵਗੁਣ ਨੂੰ ਆਪਣੇ ਚਿੱਤ ਵਿੱਚ ਧਰਨਾ ਹੀ ਨਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਧਰਤੀ 'ਤੇ ਰੱਬ ਦੀ ਮੌਜੂਦਗੀ ਉਦੋਂ ਪਤਾ ਲੱਗਦੀ ਹੈ ਜਦੋਂ ਕੋਈ ਖਿਮਾ ਦਾ ਗੁਣ ਧਾਰਨ ਕਰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਖਿਮਾ ਤਹਿ ਆਪ। ਹੁਣ ਖਿਮਾ ਦੇ ਵਿੱਚ ਜਿਹੜੀ ਮਨੁੱਖ ਦੀ ਸੁਰਤ ਹੁੰਦੀ ਹੈ ਕਿਹੋ ਜਿਹੀ ਹੁੰਦੀ ਹੈ? ਖਿਮਾ ਵਿੱਚ ਜਿਹੜਾ ਮਨੁੱਖ ਹੈ
ਜਦੋਂ ਦੂਜੇ ਦੇ ਅਵਗੁਣ ਨੂੰ ਦੇਖਦਾ ਹੈ ਤਾਂ ਉਹ ਸਮਝਦਾ ਹੈ ਕਿ ਇਹ ਅਵਗੁਣ ਦੇ ਸਹਿਤ ਨਹੀਂ ਹੈ। ਉਹਦੀ ਬੁੱਧੀ ਬੜੇ ਉਚੇਰੇ ਪੱਧਰ 'ਤੇ ਹੁੰਦੀ। ਉਹ ਸਮਝਦਾ ਹੈ ਕਿ ਮਾਇਆ ਦਾ ਰਚਿਆ ਹੋਇਆ ਪ੍ਰਪੰਚ ਹੈ, ਗਿਆਨ ਇਹਦੇ ਕੋਲ ਨਹੀਂ ਸੀ, ਇਸ ਕਰਕੇ ਇਹ ਅਧਰਮੀ ਹੋ ਗਿਆ। ਇਸ ਕਰਕੇ ਇਹਦੇ ਕੋਲੋਂ ਝੂਠ ਸੀ, ਇਹਦੇ ਕੋਲ ਪਾਪ ਹੋ ਗਿਆ। ਇਹਦੇ ਕੋਲ ਲੋਭ ਸੀ, ਤਾਂ ਕਰਕੇ ਕਾਲ ਦੀ ਸਥਿਤੀ ਵਾਪਰੀ। ਇਸ ਕਰਕੇ ਉਹ ਸਾਰੇ ਉਹਦੇ ਅਵਗੁਣ ਨੂੰ ਆਪਣੇ ਚਿੱਤ ਵਿੱਚ ਨਹੀਂ ਧਰਦਾ, ਉਹਦੇ 'ਤੇ ਕ੍ਰੋਧਿਤ ਨਹੀਂ ਹੁੰਦਾ ਅਤੇ ਉਹਨੂੰ ਬਖਸ਼ਣ ਦੀ, ਉਹਨੂੰ ਮਾफ़ ਕਰਨ ਦੀ ਸਮਰੱਥਾ ਰੱਖਦਾ। ਇਸ ਕਰਕੇ ਜਿਹੜਾ ਖਿਮਾ ਦਾ ਗੁਣ ਹੈ ਉਹ ਗੁਰਮੁਖ ਦਾ ਆਪਾ ਕਮਾਇਆ ਹੁੰਦਾ ਹੈ। ਹੁਣ ਆਪੇ ਭਾਵ ਦਾ ਕਿ ਜਦੋਂ ਖਿਮਾ ਦਾ ਗੁਣ ਧਾਰਨ ਕਰਨਾ ਹੈ, ਉਹਦੇ ਲਈ ਬੰਦੇ ਨੂੰ ਆਪਣੇ ਆਪ ਦਾ ਦੀਰਘ ਗਿਆਨ ਚਾਹੀਦਾ ਹੈ। ਕਹਿੰਦੇ ਕਿਸੇ ਸਮੇਂ ਕੋਈ ਅਪਰਾਧੀ ਪਕੜਿਆ ਗਿਆ ਅਤੇ ਉਹਨੂੰ ਸਜ਼ਾ ਦੇਣੀ ਸੀ, ਤਾਂ ਸਾਰੇ ਲੋਕ ਉਹਦੇ ਵਿਰੁੱਧ। ਤਾਂ ਜਿਹੜਾ ਉੱਥੇ ਨਿਆਂ ਕਰਨ ਵਾਲਾ ਜੱਜ ਸੀ, ਉਹ ਕਹਿਣ ਲੱਗਾ ਕਿ ਇਸ ਮਨੁੱਖ ਨੂੰ ਉਹ ਸਜ਼ਾ ਦੇਵੇ ਜਿਨ੍ਹੇ ਜ਼ਿੰਦਗੀ 'ਚ ਕਦੀ ਪਾਪ ਕਰਮ ਵਸ ਹੋ ਕੇ ਕਿਸੇ ਦੇ ਪ੍ਰਤੀ ਬੁਰਾ ਨਹੀਂ ਸੋਚਿਆ, ਜਿਹਦੇ ਮਨ 'ਚ ਕਦੀ ਖੁਦ ਹਿੰਸਾ ਦਾ ਖਿਆਲ ਨਹੀਂ ਪੈਦਾ ਹੋਇਆ, ਉਹੀ ਇਹਨੂੰ ਸਜ਼ਾ ਦੇ ਸਕਦਾ ਹੈ। ਇਹ ਪਰਮੇਸ਼ਵਰੀ ਨਿਆਂ ਦੀ ਗੱਲ ਹੈ। ਜਦੋਂ ਇਹ ਗੱਲ ਕਹੀ ਕੋਈ ਨਿਕਟ ਨਾ ਆਇਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਜਹਾਂ ਖਿਮਾ, ਜਦੋਂ ਮਨੁੱਖ ਖਿਮਾ ਦੇ ਗੁਣ ਸਹਿਤ ਹੁੰਦਾ ਹੈ ਅਤੇ ਉਹਦੇ ਕੋਲ ਆਪਣੇ ਆਪ ਦੀ ਵਿਚਾਰ ਹੁੰਦੀ ਹੈ। ਦੂਜੇ ਨੂੰ ਦੋਸ਼ੀ, ਦੂਜੇ ਨੂੰ ਅਵਗੁਣੀ, ਪਾਪੀ ਕਹਿਣਾ ਉਹਦੇ ਲਈ ਬਾਅਦ ਦੇ ਵਿੱਚ ਹੈ। ਖਿਮਾ ਦੇ ਵਿੱਚ ਹੈ ਆਪਣੇ ਆਪ ਤੋਂ ਜਾਣੂ ਹੋਣਾ, ਅਤੇ ਆਪਣੇ ਆਪ ਦੇ ਜਾਣੂ ਹੋਣਦਿਆਂ ਹੋਇਆਂ ਦੂਜੇ ਦੇ ਭਾਵ ਨੂੰ ਵੀ ਨਾ ਚਿਤਾਰਨਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਖਿਮਾ, ਜਿੱਥੇ ਮਨੁੱਖ ਆਪਣੀ ਸ਼ਖਸੀਅਤ ਨੂੰ ਵਾਚ ਕੇ ਅਤੇ ਆਪਣੇ ਆਪ ਨੂੰ ਜਾਣਦਾ, ਦੂਜੇ ਦੇ ਅਵਗੁਣ ਨੂੰ ਚਿੱਤ ਨਹੀਂ ਧਰਦਾ। ਇਸ ਕਰਕੇ ਉਹ ਕਿਸੇ ਤਰੀਕੇ ਨਾਲ ਕੋਪਿਤ ਨਹੀਂ, ਭਾਵ ਕਿ ਕ੍ਰੋਧਿਤ ਨਹੀਂ ਹੁੰਦਾ। ਹੁਣ ਇਸ ਕਰਕੇ ਖਿਮਾ ਦਾ ਗੁਣ ਭਗਤ ਕਬੀਰ ਸਾਹਿਬ ਜੀ ਨੇ ਕਿ ਜਹਾਂ ਖਿਮਾ ਤਹਿ ਆਪ। ਹੁਣ ਜਦੋਂ ਤਹਿ ਆਪ ਕਿਹਾ ਦਾ ਮਤਲਬ ਕਿ ਜਦੋਂ ਖਿਮਾ ਹੋ ਜਾਂਦੀ, ਉਦੋਂ ਪਰਮੇਸ਼ਰ ਦੀ ਧਰਤੀ 'ਤੇ ਸਾਖੀ ਪ੍ਰਗਟ ਹੁੰਦੀ ਹੈ। ਦੁਨੀਆ ਦੇ ਵਿੱਚ ਕਾਨੂੰਨ ਸਾਰਿਆਂ ਦਾ ਨਿਆਂ ਕਰਦਾ ਹੈ, ਸਭ ਦਾ ਕਰਦਾ ਹੈ, ਪਰ ਜਦੋਂ ਇੱਕ ਅਪਰਾਧੀ ਦਾ ਅਪਰਾਧੀਪੁਣਾ ਸਪਸ਼ਟ ਹੋ ਜਾਏ ਸਬੂਤਾਂ ਪ੍ਰਮਾਣਾਂ ਸਹਿਤ, ਕਾਨੂੰਨ ਦੇ ਕੋਲ ਐਸੀ ਸਮਰੱਥਾ ਨਹੀਂ ਹੈ ਕਿ ਉਹਨੂੰ ਮਾफ़ ਕਰ ਦੇ। ਜੇ ਮਾफ़ ਕਰ ਵੀ ਦੇਗਾ ਕਾਗਜ਼ੀ ਤੌਰ 'ਤੇ, ਪਰ ਜਿਹੜਾ ਉਹਦੇ ਅੰਦਰ ਉਸ ਗੁਨਾਹ ਦਾ ਮਾਨਸਿਕ ਬੋਝ ਬਣਿਆ ਹੈ, ਕਾਨੂੰਨ ਉਹਦੇ ਤੋਂ ਮੁਕਤ ਨਹੀਂ ਕਰ ਸਕਦਾ। ਜਿਹੜੀ ਖਿਮਾ ਹੈ, ਖਿਮਾ ਜਿਹਨੇ ਧਾਰਨ ਕੀਤੀ ਹੈ, ਰੱਬੀ ਗੁਣ ਹੋਣ ਕਰਕੇ ਜਿਹਨੂੰ ਮੁਆਫ਼ ਕਰਦੀ ਹੈ, ਉਹਦਾ ਅੰਦਰ ਵੀ ਧੋ ਦਿੰਦੀ। ਇਸ ਕਰਕੇ ਜਦੋਂ ਮਹਾਤਮਾ ਬੁੱਧ ਅੰਗੁਲੀਮਾਰ ਨੂੰ ਮਿਲਦੇ ਨੇ ਤਾਂ ਉਸ ਦਿਨ ਤੋਂ ਬਾਅਦ ਅੰਗੁਲੀਮਾਰ ਦੀ ਸਿਮਰਤੀ ਨੂੰ ਵੀ ਵਸ਼ ਕਰ ਦਿੰਦੇ ਨੇ। ਉਹਨੂੰ ਖਿਆਲ ਹੀ ਨਹੀਂ ਰਹਿੰਦਾ ਕਿ ਇੰਨੇ ਮਨੁੱਖਾਂ ਦਾ ਮੈਂ ਕਤਲ ਕਰਕੇ ਉਹਨਾਂ ਨੂੰ ਜਾਨੀ ਨੁਕਸਾਨ ਪਹੁੰਚਾਇਆ ਹੈ। ਉਹਦੇ ਸਾਰੇ ਪਾਪਾਂ ਅਵਗੁਣਾਂ ਦੀ ਮੈਲ ਖਿਮਾ, ਅਸੀਂ ਆਮ ਕਰਕੇ ਖਿਮਾ ਨੂੰ ਮੁਆਫ਼ੀ ਸਮਝ ਲੈਂਦੇ ਹਾਂ। ਖਿਮਾ ਮੁਆਫ਼ੀ ਨਹੀਂ ਹੁੰਦੀ। ਖਿਮਾ ਹੁੰਦੀ ਹੈ ਕਿ ਤੁਹਾਡਾ ਉਹ ਆਪਾ ਜਿੱਥੇ ਅਗਲੇ ਦੇ ਗੁਣ ਦੋਸ਼ ਦਾ ਕੋਈ ਪ੍ਰਭਾਵ ਰਹੇ ਹੀ ਨਾ, ਭਾਵੇਂ ਉਹ ਜਿੰਨਾ ਮਰਜ਼ੀ ਯਤਨ ਕਰੇ। ਇਸ ਕਰਕੇ ਤਾਂ ਕਰਕੇ ਗੁਰਬਾਣੀ ਵਿੱਚ ਆਉਂਦਾ ਕਿ ਨਿੰਦਕ ਜਾਂ ਹੋਰ ਜਿਹੜੇ ਮਨੁੱਖ ਨੇ ਉਹ ਸੰਤ ਨੂੰ ਦੁਖੀ ਕਰ ਹੀ ਨਹੀਂ ਸਕਦੇ, ਕਿਉਂਕਿ ਸੰਤ ਦਾ ਹਿਰਦਾ ਉਹ ਚੀਜ਼ ਬਣ ਗਈ ਹੈ ਜਿੱਥੇ ਭਾਵੇਂ ਉਹਨਾਂ ਨੂੰ ਕਿੰਨੇ ਕੌੜੇ ਵਚਨ, ਕਿੰਨੀ ਨਿੰਦਿਆ ਹੋਵੇ, ਉਹ ਟਿਕਦਾ ਹੀ ਨਹੀਂ ਹੈ। ਜਿਵੇਂ ਤੇਲ ਦੇ ਉੱਪਰ ਪਾਣੀ ਨਹੀਂ ਟਿਕਦਾ, ਜਿਵੇਂ ਮੁਰਗਾਬੀ ਦੇ ਪੰਖ ਪਾਣੀ 'ਚ ਨਹੀਂ ਭਿੱਜਦੇ, ਤਾਂ ਇਸੇ ਤਰ੍ਹਾਂ ਮਨੁੱਖ ਸੰਤ ਦਾ ਹਿਰਦਾ ਉਹਦੇ ਕਿਸੇ ਲਈ ਅਵਗੁਣ ਉਹਦੇ ਟਿਕਦਾ ਹੀ ਨਹੀਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਖਿਮਾ, ਜਿੱਥੇ ਖਿਮਾ ਹੋਵੇ। ਹੁਣ ਧਰਤੀ 'ਤੇ ਜਿੰਨੇ ਵੱਡੇ ਅਪਰਾਧੀ ਅਵਤਾਰੀ ਪੁਰਸ਼ਾਂ ਨੇ ਬਖਸ਼ੇ ਹਨ, ਮਨੁੱਖਤਾ ਨੇ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ। ਮਨੁੱਖਤਾ ਨੇ ਤਾਂ ਉਹਨਾਂ ਨੂੰ ਅਪਰਾਧ ਵਾਲੇ ਪਾਸੇ ਧੱਕਿਆ ਹੌਲੀ ਹੌਲੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਖਿਮਾ, ਜਦੋਂ ਧਰਤੀ 'ਤੇ ਖਿਮਾ ਉਤਰਦੀ ਹੈ ਅਤੇ ਅਪਰਾਧੀ ਜਿਹੜੇ ਹਨ ਉਹ ਅਪਰਾਧ ਦੇ ਵੱਡੇ ਆਲਮ ਦੇ ਵਿੱਚੋਂ ਵੀ ਪਸਰ ਜਾਂਦੇ ਹਨ। ਕੱਲ੍ਹ ਨੁਕਤਾ ਅਰਜ਼ ਕੀਤਾ ਸੀ ਜਹਾਂ ਝੂਠ ਤਹਿ ਪਾਪ। ਜਦੋਂ ਇੱਕ ਵਾਰੀ ਮਨੁੱਖ ਕੋਲੋਂ ਝੂਠ ਦੇ ਵਸ ਅਪਰਾਧੀ ਕਰਮ ਹੋ ਜਾਂਦਾ ਹੈ ਅਤੇ ਸੰਸਾਰ ਉਹਦੇ ਅਪਰਾਧੀ ਪੁਣੇ ਨੂੰ ਇੰਨਾ ਚਿਤਾਰਦਾ ਹੈ, ਕੁਝ ਉਹਦਾ ਆਪਣਾ ਮਨੋਵਿਗਿਆਨਕ ਨੁਕਸ ਪੈਦਾ ਹੋ ਜਾਂਦਾ ਹੈ ਅਤੇ ਫਿਰ ਉਹ ਅਪਰਾਧ ਦੀ ਦਲਦਲ ਦੇ ਵਿੱਚ ਚਲਿਆ ਹੀ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਧਰਤੀ 'ਤੇ ਖਿਮਾ ਦਾ ਗੁਣ ਕਿਸੇ ਮਨੁੱਖ ਦੁਆਰਾ, ਅਕਾਲ ਪੁਰਖ ਰੂਪ ਦੁਆਰਾ ਪ੍ਰਗਟ ਹੁੰਦਾ ਹੈ, ਤਾਂ ਕਹਿੰਦੇ ਤਹਿ ਆਪ, ਫਿਰ ਪਤਾ ਲੱਗਦਾ ਧਰਤੀ 'ਤੇ। ਇਸ ਕਰਕੇ ਇਸ ਨੂੰ ਰੱਬੀ ਗੁਣ ਤਾਂ ਕਿਹਾ ਗਿਆ ਹੈ ਕਿ ਜਿਹੜੀ ਖਿਮਾ ਹੈ ਉਹ ਬੰਦੇ ਲਈ ਦੋ ਅਵਸਰ ਉਪਲਬਧ ਕਰਵਾਉਂਦੀ ਹੈ। ਜਦੋਂ ਕਿਸੇ ਨੂੰ ਖਿਮਾ ਦੇ ਸਹਿਤ ਅਸੀਂ ਕਰ ਦਿੰਦੇ ਹਾਂ, ਉਹਦੇ ਕੋਲੋਂ ਇੱਕ ਤਾਂ ਹੁੰਦਾ। ਇਸ ਕਰਕੇ ਸੂਫੀਜ਼ਮ ਦੇ ਵਿੱਚ ਨਾ ਇੱਕ ਗੱਲ ਹੁੰਦੀ ਹੈ ਕਿ ਸੰਤ ਹਰ ਵੇਲੇ ਬਖਸ਼ਦਾ ਕਿਉਂ ਆ। ਕਿਸੇ ਜਗਿਆਸੂ ਨੇ ਮਹਾਤਮਾ ਨੂੰ ਪੁੱਛਿਆ ਕਿ ਸੰਤ ਵੀਰੇ ਹਰ ਵੇਲੇ ਬਖਸ਼ਦਾ ਕਿਉਂ ਹੈ? ਕਹਿੰਦਾ ਸੰਤ ਨੇ ਆਪ ਸਾਧਨਾ ਕਰਕੇ ਆਪਣੇ ਆਪ ਨੂੰ ਕਰੋੜਾਂ ਵਾਰੀ ਬਖਸ਼ਵਾਇਆ ਹੁੰਦਾ ਹੈ,
ਕਿਉਂਕਿ ਉਹਨੇ ਪਹਿਲਾਂ ਆਪਣੇ ਸਾਰੇ ਅਵਗੁਣ ਧੋਤੇ ਹੁੰਦੇ ਨੇ। ਇਸ ਕਰਕੇ ਜਦੋਂ ਉਹ ਦੂਜੇ ਨੂੰ ਬਖਸ਼ਦਾ, ਇਸ ਕਰਕੇ ਉਹ ਕੋਈ ਖਾਸ ਕਰਮ ਨਹੀਂ ਕਰ ਰਿਹਾ ਹੁੰਦਾ। ਦਰਅਸਲ ਉਹਨੂੰ ਪਤਾ ਹੁੰਦਾ ਕਿ ਪਹਿਲਾਂ ਮੈਂ ਬਖਸ਼ਿਆ ਗਿਆ ਹਾਂ, ਪਹਿਲਾਂ ਮੈਂ ਬੜੀ ਵਾਰੀ ਪਰਮੇਸ਼ਰ ਦੇ ਦਰ ਤੋਂ ਬਾਰ-ਬਾਰ ਉਹਨੇ ਮੇਰੇ ਅਵਗੁਣਾਂ ਨੂੰ ਪਰਾਂ ਕਰਕੇ ਤੇ ਮੈਨੂੰ ਗੁਣਾਂ ਨਾਲ ਭਰਿਆ। ਇਸ ਕਰਕੇ ਇਹੀ ਗੁਣ ਮੈਂ ਹੁਣ ਅੱਗੇ ਵਰਤਾਉਣਾ। ਇਸ ਕਰਕੇ ਕਿਹਾ ਜਾਂਦਾ ਸੰਤ ਧਰਤੀ ਤੇ ਪਰਮੇਸ਼ਰ ਦਾ ਪ੍ਰਮਾਣ ਹੋ ਕੇ ਵਿਚਰਦੇ ਹਨ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਖਿਮਾ ਤਹਿ ਆਪ। ਜਦੋਂ ਬੰਦੇ ਦੇ ਅੰਦਰ ਖਿਮਾ ਪ੍ਰਗਟ ਹੁੰਦੀ ਹੈ ਨਾ, ਉਦੋਂ ਮਨੁੱਖ ਧਰਤੀ ਦੇ ਭਲੇ ਲਈ ਤੁਰਦਾ ਹੈ। ਫਿਰ ਉਹਦੇ ਜੀਵਨ 'ਚ ਜਿੰਨੀ ਵੀ ਸਮਰੱਥਾ ਹੈ, ਧਨ ਦੀ ਹੈ, ਗੁਣ ਦੀ ਹੈ, ਗਿਆਨ ਦੀ ਹੈ, ਸਰੀਰ ਦੀ ਹੈ, ਉਹਨੂੰ ਸਾਰੀ ਨੂੰ ਧਰਤੀ ਦੇ ਭਲੇ ਲਈ ਲਾਉਂਦਾ। ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਆਖੇ ਨਾ, ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਗੁਰੂ ਨਾਨਕ ਸਾਹਿਬ ਦੇ ਅੰਦਰ ਖਿਮਾ ਦਾ ਗੁਣ ਆਇਆ ਕਿ ਆਹ ਵਿਚਾਰੇ ਜੀਵ ਅਗਿਆਨ ਦੇ ਵਿੱਚ ਭਟਕ ਰਹੇ ਨੇ, ਖੁਆਰ ਹੋ ਰਹੇ ਨੇ, ਅਤੇ ਜਿਹੜੇ ਇਹਨਾਂ ਨੂੰ ਧਰਮ ਦਾ ਉਪਦੇਸ਼ ਦੇ ਰਹੇ ਨੇ ਉਹ ਵੀ ਚਲਾਕ ਨੇ, ਉਹ ਵੀ ਇਹਨਾਂ ਨੂੰ ਅਸਲ ਗੱਲ ਨਹੀਂ ਸਮਝਾ ਰਹੇ। ਅਤੇ ਐਸੀ ਗੁਰੂ ਨਾਨਕ ਸਾਹਿਬ ਜੀ ਦੇ ਹਿਰਦੇ ਅੰਦਰ ਖਿਮਾ ਉਪਜੀ ਕਿ ਸਾਰੇ ਸੰਸਾਰ ਨੂੰ ਨਿਵਾਜਿਸ਼ ਕਰਨ ਹਿੱਤ ਕਿੰਨੇ ਮੁਬਾਰਕ ਕਦਮ ਗਿਣਤੀ ਤੋਂ ਬਾਹਰ ਇਹ ਗੁਰੂ ਨਾਨਕ ਸਾਹਿਬ ਜੀ ਨੇ ਇਸ ਧਰਤ ਉੱਪਰ ਚੱਲੇ ਹੋਣਗੇ, ਤਾਂ ਕਿ ਇਸ ਮਨੁੱਖ ਦੇ ਵਿੱਚ, ਤਾਂ ਅਗਰ ਖਿਮਾ ਵਾਲਾ ਬੰਦਾ ਦੂਜੇ ਦਾ ਗੁਣ ਦੇਖ ਕੇ ਤਾਂ ਬਖਸ਼ਦਾ, ਉਹ ਕਹਿੰਦਾ ਇਹਦਾ ਵਿਚਾਰੇ ਦਾ ਕੀ ਵਸ, ਪ੍ਰਕਿਰਤੀ ਐਸੀ ਹੈ, ਮਾਇਆ ਦਾ ਪ੍ਰਭਾਵ ਐਸਾ ਹੈ। ਗੁਰਬਾਣੀ ਵਿੱਚ ਕਹਿੰਦਾ ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ, ਕਿ ਇਹ ਮਾਇਆ ਦਾ ਗਿਆਨ ਇਹਦੇ ਕੋਲ ਹੈ ਨਹੀਂ ਸੀ, ਮਾਇਆ ਵਿੱਚ ਭਰਮ ਗਿਆ, ਹੁਣ ਅਵਗੁਣ ਕਰੀ ਜਾ ਰਿਹਾ, ਪਾਪ ਕਰੀ ਜਾ ਰਿਹਾ। ਅਤੇ ਜਿਹਦੇ ਅੰਦਰ ਖਿਮਾ ਹੁੰਦੀ ਹੈ ਫਿਰ ਉਹਨੂੰ ਸੁਧਾਰਨ ਦਾ ਨਹੀਂ, ਉਹਨੂੰ ਬਖਸ਼ਣ ਦਾ ਯਤਨ ਕਰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਖਿਮਾ ਤਹਿ ਆਪ। ਖਿਮਾ ਦੇ ਸੰਬੰਧ 'ਚ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦੇ ਕਿ ਅਸਲ 'ਚ ਖਿਮਾ ਹੁੰਦੀ ਕੀ। ਕਈ ਵਾਰੀ ਮਨੁੱਖਾਂ ਦੀ ਖਿਮਾ ਛੋਟੀ ਹੁੰਦੀ ਹੈ। ਉਹ ਮੈਂ ਕਈਆਂ ਦਾ ਗੁਣ ਦੇਖਦਾ ਤਾਂ ਉਹ ਬੜੀ ਵਾਰੀ ਹੈਰਾਨਗੀ ਆਉਂਦੀ ਹੈ ਕਿ ਛੋਟਾ ਜਿਹਾ ਰੂਪ ਧਾਰਨ ਨੂੰ ਹੀ ਗੁਣ ਸਮਝੀ ਬੈਠੇ ਨੇ। ਕਈਆਂ ਦੀ ਖਿਮਾ ਇਸ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਕੱਖਾਂ ਦੇ ਉੱਪਰ ਅੱਗ ਪਵੇ ਨਾ ਅਤੇ ਉਹ ਬੜੀ ਛੇਤੀ ਸੜ ਕੇ ਸਵਾਹ ਹੋ ਜਾਂਦੇ ਨੇ। ਜਿਹੜੇ ਆ ਕੱਖ ਕਣ ਹੁੰਦੇ ਨੇ ਘਾਹ ਫੂਸ ਸਾਦਕ ਪਰਾਲੀ ਦੇ, ਇਹਦੇ ਉੱਪਰ ਅੱਗ ਡਿੱਗੇ ਅਤੇ ਬੜੀ ਛੇਤੀ ਸੜ ਕੇ ਸਵਾਹ ਹੋ ਜਾਂਦੇ ਨੇ। ਕਈਆਂ ਦੀ ਖਿਮਾ ਇੰਨੀ ਕੁ ਹੁੰਦੀ ਹੈ, ਬਸ ਉੱਪਰੋਂ ਮਾਫ਼ ਕਰ ਦਿੱਤਾ ਪਰ ਅੰਦਰ ਕ੍ਰੋਧ ਦੀ ਅਵਸਥਾ ਬਣੀ ਰਹਿੰਦੀ ਹੈ। ਖਿਮਾ ਦਾ ਗੁਣ ਕਿਵੇਂ ਕਮਾਇਆ ਜਾਂਦਾ ਇਹ ਨੁਕਤਾ ਦੱਸ ਰਿਹਾ। ਫਿਰ ਜਿਹੜੀ ਕੁਝ ਅੱਗ ਲੱਕੜਾਂ ਨੂੰ ਲੱਗਦੀ ਹੈ, ਲੱਕੜਾਂ ਜਦ ਜਲ ਜਾਂਦੀਆਂ ਨੇ, ਉਹਨਾਂ ਨੂੰ ਪਾਣੀ ਮਾਰ ਕੇ ਬੁਝਾ ਦਈਏ ਤਾਂ ਬੁਝ ਤਾਂ ਜਾਂਦੀ ਅੱਗ, ਪਰ ਕਾਲਖ ਰਹਿ ਜਾਂਦੀ ਹੈ ਲੱਕੜਾਂ ਦੇ ਉੱਪਰ, ਕੋਲਾ ਜਿਹਾ ਰਹਿ ਜਾਂਦਾ ਹੈ। ਇਸੇ ਤਰ੍ਹਾਂ ਕਈ ਵਾਰੀ ਖਿਮਾ ਦੇ ਵਸ ਦੂਜੇ ਦੇ ਅਵਗੁਣ ਨੂੰ ਮਾਫ਼ ਤਾਂ ਕਰ ਦਿੱਤਾ ਜਾਂਦਾ ਹੈ, ਪਰ ਉਹਦੇ ਅਵਗੁਣ ਦਾ ਨਾ ਚਿਤਾਰਨ ਵਾਲਾ ਭਾਵ ਅੰਦਰ ਕਾਲਖ ਰੂਪ ਦੇ ਵਿੱਚ ਰਹਿ ਜਾਂਦਾ। ਇਹ ਕਰਕੇ ਇੱਥੇ ਵੀ ਇੱਕ ਖਿਮਾ ਦਾ ਛੋਟਾਪਣ ਹੁੰਦਾ ਹੈ। ਦੂਜਾ ਹੁੰਦਾ ਖਿਮਾ ਦਾ, ਜਿਵੇਂ ਕੋਲਿਆਂ ਨੂੰ ਅੱਗ ਲਾਈ ਜਾਵੇ, ਜਿਹੜੇ ਕਾਲੇ ਕੋਲੇ ਨੇ, ਜਦੋਂ ਉਹ ਜਲ ਜਾਂਦੇ ਨੇ ਉਹਨਾਂ ਨੂੰ ਬੁਝਾਇਆ ਜਾਵੇ ਤਾਂ ਕੋਈ ਨਿਸ਼ਾਨ ਨਹੀਂ ਬਾਕੀ ਰਹਿੰਦਾ, ਕੇਵਲ ਸਵਾਹ ਬਾਕੀ ਰਹਿੰਦੀ ਹੈ। ਕਈ ਵਾਰੀ ਖਿਮਾ ਐਸੀ ਹੁੰਦੀ ਹੈ ਕਿ ਮਨੁੱਖ ਦੂਜੇ ਦੇ ਅਵਗੁਣ ਨੂੰ ਚਿਤਾਰਦਾ ਨਹੀਂ, ਬਖਸ਼ਦਾ, ਛੱਡ ਦਿੰਦਾ ਹੈ, ਪਰ ਉਹਦੇ ਸੂਖਮ ਰੂਪ ਦੇ ਵਿੱਚ, ਮੋਟੇ ਨਹੀਂ ਸੂਖਮ ਰੂਪ ਦੇ ਵਿੱਚ ਉਹਨੂੰ ਖਿਆਲ ਰਹਿੰਦਾ ਕਿ ਇਹਨੇ ਕਿਸੇ ਸਮੇਂ ਆਹ ਅਵਗੁਣ ਕੀਤਾ ਸੀ। ਜਿਹੜੀ ਅਸਲ ਖਿਮਾ ਹੁੰਦੀ ਹੈ ਉਹ ਇਸ ਤਰ੍ਹਾਂ ਹੁੰਦੀ ਹੈ ਕਿ ਜਿਵੇਂ ਧਰਤੀ ਹੈ, ਧਰਤੀ ਦੇ ਵਿੱਚ ਅੱਗ ਲੱਗਣ ਦਾ ਕੋਈ ਗੁਣ ਨਹੀਂ ਹੈ, ਅਤੇ ਜੇ ਅੱਗ ਬਾਲ ਕੇ ਸੁੱਟ ਦਈਏ ਤਾਂ ਅੱਗ ਧਰਤੀ ਨੂੰ ਸਾੜ ਨਹੀਂ ਸਕਦੀ, ਆਪਣੇ ਆਪ ਅੱਗ ਬੁਝ ਜਾਂਦੀ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਖਿਮਾ ਦਾ ਗੁਣ ਹੁੰਦਾ ਹੈ ਉਹ ਪਰਮੇਸ਼ਰ ਦੀ ਸਾਖੀ ਹੁੰਦੀ ਹੈ, ਅਤੇ ਕੋਈ ਆਪਣੀ ਨਿੰਦਿਆ ਦਾ, ਆਪਣੀ ਕਿਸੇ ਤਰ੍ਹਾਂ ਦੀ ਬੇਕਿਰਕ ਆਲੋਚਨਾ ਦਾ ਪ੍ਰਭਾਵ ਵੀ, ਅਵਗੁਣਾਂ ਦਾ ਪ੍ਰਭਾਵ ਵੀ ਪਾਵੇ ਤਾਂ ਵੀ ਉਹ ਬਖਸ਼ਿਆ ਜਾਂਦਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਖਿਮਾ ਤਹਿ ਆਪ। ਹੁਣ ਭਗਤ ਗੁਰਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਵਾਕ ਆਉਂਦੇ ਹਨ, ਖਰਚ ਖਜ਼ਾਨਾ ਇਹਾ ਤਨ, ਖਰਚ ਖਜ਼ਾਨਾ ਨਾਮ ਧਨ, ਇਹਾ ਭਗਤਨ ਕੀ ਰਾਸ, ਖਿਮਾ ਗਰੀਬੀ ਸਹਿਜ ਆਨੰਦ ਜਪਤ ਰਹੇ ਗੁਣਤਾਸ। ਕਿ ਜਿਹੜੇ ਭਗਤਾਂ ਦੀ ਰਾਸ ਹੈ, ਹੁਣ ਮਨੁੱਖ ਖਿਮਾ ਦਾ ਗੁਣ ਕਿਉਂ ਧਾਰਨ ਕਰਨਾ? ਕਿਉਂਕਿ ਜਦੋਂ ਅਸੀਂ ਖਿਮਾ ਦਾ ਗੁਣ ਨਹੀਂ ਧਾਰਨ ਕਰਾਂਗੇ ਤਾਂ ਸਾਡੀ ਬਿਰਤੀ ਬਾਰ-ਬਾਰ ਖੰਡਿਤ ਹੁੰਦੀ ਰਹੇਗੀ। ਕਿਉਂਕਿ ਜਿਨ੍ਹਾਂ ਦੇ ਸੰਪਰਕ ਵਿੱਚ ਰਹਿਣਾ, ਜੇ ਅਸੀਂ ਆਪ ਗਿਆਨ ਦੇ ਨਾਲ ਜਾਗੇ ਹੋਏ ਹਾਂ, ਸ਼ਬਦ ਦੇ ਨਾਲ ਸਾਡੀ ਸੁਰਤ ਰੰਗੀ ਹੋਈ ਹੈ, ਸਾਡੇ ਅੰਦਰ ਦਾ ਕੋਈ ਸਹਿਜ ਬਣਿਆ ਹੋਇਆ ਹੈ, ਅਤੇ ਜੇ ਖਿਮਾ ਦਾ ਗੁਣ ਨਹੀਂ ਧਾਰਨ ਕਰਾਂਗੇ ਤਾਂ ਉਹ ਬਾਰ-ਬਾਰ ਅਵਸਥਾ ਖੰਡਿਤ ਹੋਏਗੀ। ਕਿਉਂਕਿ ਸਾਡੇ ਭਗਤੀ ਕਰਮ ਨੂੰ, ਗਿਆਨ ਕਰਮ ਨੂੰ ਕਿਸੇ ਨਾ ਕਿਸੇ ਨੇ ਆਪਣੀ ਮਾੜੀ ਮਨਸ਼ਾ ਤਹਿਤ ਨਿੰਦ ਦੇਣਾ ਹੈ, ਉਹਦੀ ਬੇਕਿਰਕ ਆਲੋਚਨਾ ਕਰ ਦੇਣੀ ਹੈ, ਅਤੇ ਜੇ ਖਿਮਾ ਨਾ ਕੀਤੀ ਤਾਂ ਉਹਦੇ ਕਰਮ ਦਾ ਪ੍ਰਭਾਵ ਸਾਡੇ ਤੱਕ ਆਏਗਾ, ਸਾਡੀ ਸੁਰਤ ਦਾ ਬਣਿਆ ਹੋਇਆ ਇਕਾਗਰਤਾ ਖਿੰਡਿਤ ਹੋ ਜਾਵੇਗੀ, ਅਤੇ ਨਿਤਨੇਮ ਕਰਦਿਆਂ ਵੀ ਖਿਆਲ ਉਸ ਤਰਫ ਹੀ ਰਹੇਗਾ। ਇਸ ਕਰਕੇ ਖਿਮਾ ਤਾਂ ਕਰਨੀ ਕਿ ਆਪਣੀ ਅਵਸਥਾ ਆਪ ਸੰਭਾਲ ਲਈ ਜਾਵੇ। ਇਸ ਕਰਕੇ
ਖਿਮਾ ਤਾਂ ਕਰਕੇ ਆਪਣੀ ਬਿਰਤੀ ਦੀ ਅਡੋਲਤਾ ਬਣੀ ਰਹੇ, ਕਿਉਂਕਿ ਜਦੋਂ ਕਿਸੇ ਨੂੰ ਖਿਮਾ ਕਰ ਦੇਵਾਂਗੇ ਤਾਂ ਉਹਦੇ ਔਗਣ ਦਾ ਭਾਵ ਉਹਦੇ ਤੱਕ ਹੀ ਰਹਿ ਜਾਏਗਾ, ਸਗੋਂ ਉਹਦੇ ਵਿੱਚ ਪ੍ਰੇਰਣਾ ਪੈਦਾ ਹੋ ਜਾਏਗੀ। ਇਸ ਕਰਕੇ ਤਾਂ ਕਰਕੇ ਕਿਹਾ ਜਾਂਦਾ ਨਾ ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਖਿਮਾ ਤਹਿ ਆਪ। ਜਦੋਂ ਜਿਵੇਂ ਦੇਖੋ ਕਰੋਧੀ ਬੰਦੇ ਨੂੰ ਕ੍ਰੋਧ ਦੇ ਨਾਲ ਸ਼ਾਂਤ ਨਹੀਂ ਕੀਤਾ ਜਾ ਸਕਦਾ। ਜਦੋਂ ਬੜਾ ਬੰਦਾ ਕ੍ਰੋਧ ਵਿੱਚ ਆਇਆ ਹੋਵੇ ਨਾ ਅਤੇ ਅਗਲਾ ਬਿਲਕੁਲ ਸ਼ਾਂਤ ਹੋਵੇ ਅਤੇ ਉਹ ਕ੍ਰੋਧ ਦੀ ਅੱਗ ਜਿਹੜੀ ਉਹਦੇ ਸਾਹਮਣੇ ਮੰਦੀ ਪੈ ਜਾਂਦੀ ਹੈ। ਉਹਦੇ ਸਾਹਮਣੇ ਉਹ ਫਿਰ ਬੰਦਾ ਹੜਬੜਾਹਟ ਕਰਨ ਲੱਗ ਪੈਂਦਾ, ਉਹਦੇ ਕੋਲ ਓਨਾ ਹੁੰਦਾ ਹੀ ਨਹੀਂ ਆਪਣੇ ਕ੍ਰੋਧ ਦਾ ਵਹਾਅ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਖਿਮਾ ਤਹਿ ਆਪ। ਧਰਤੀ 'ਤੇ ਜਿਹੜਾ ਗਿਆਨ ਨਾ ਹੋਣ ਕਰਕੇ ਅਵਗੁਣ ਪੈਦਾ ਹੋਣੇ ਨੇ, ਧਰਤੀ 'ਤੇ ਜਿਹੜਾ ਝੂਠ ਕਰਕੇ ਪਾਪ ਪੈਦਾ ਹੋਣਾ ਹੈ, ਜੇ ਧਰਤੀ 'ਤੇ ਕੋਈ ਇੱਕ ਖਿਮਾ ਦਾ ਗੁਣ ਧਾਰਨ ਕਰ ਲਵੇ ਉਹ ਸਾਰੇ ਅਗਿਆਨ ਨੂੰ ਹਰ ਸਕਦਾ ਹੈ, ਸਾਰੇ ਪਾਪ ਨੂੰ ਖਤਮ ਕਰਨ ਦੀ ਸਮਰੱਥਾ ਰੱਖਦੇ। ਇਸ ਕਰਕੇ ਖਿਮਾ ਦਾ ਗੁਣ ਸਾਡੀ ਭਗਤੀ ਦਾ ਕਵਚ ਬਣਨਾ ਚਾਹੀਦਾ ਹੈ। ਕਵਚ ਦਾ ਭਾਵ ਕੀ ਹੈ ਕਿ ਅਸੀਂ ਕੁਝ ਸਮਾਂ ਅਭਿਆਸ ਕਰਕੇ ਸ਼ਬਦ ਨਾਲ ਜੁੜ ਕੇ ਆਪਣੇ ਅੰਦਰ ਦਾ ਸੰਤੁਲਨ ਕਮਾਇਆ ਹੈ। ਹੁਣ ਉਹ ਸੰਤੁਲਨ ਸਵੇਰੇ ਕਮਾ ਲਿਆ, ਸਾਰਾ ਦਿਨ ਸੰਸਾਰ ਦੇ ਨਾਲ ਵਿਚਰਨਾ ਹੈ, ਅਤੇ ਜੇ ਖਿਮਾ ਦਾ ਗੁਣ ਨਾ ਰੱਖਿਆ, ਕਿਸੇ ਦੇ ਨਿੰਦਿਆ ਭਰੇ ਜੋ ਵੀ ਵਾਕ ਹਨ ਔਗਣ ਭਰੇ ਜਾਂ ਜਿੰਨਿਆਂ ਦੇ ਔਗਣ ਨਜ਼ਰ ਆਉਣਗੇ, ਜੇ ਉਹਨਾਂ ਔਗਣਾਂ ਨੂੰ ਫਿਰ ਚਿਤਾਰਦੇ ਰਹੇ ਅਤੇ ਆਪਣਾ ਭਗਤੀ ਦਾ ਕਵਚ ਟੁੱਟ ਜਾਏਗਾ ਅਤੇ ਮਨ ਦਾ ਭਗਤੀ ਦਾ ਸੰਤੁਲਨ ਵਿਗੜ ਜਾਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਖਿਮਾ ਤਹਿ ਆਪ। ਅਤੇ ਖਿਮਾ ਕੋਈ ਬੌਧਿਕ ਗੁਣ ਨਹੀਂ ਹੈ, ਇਹ ਦੈਵੀ ਵਸਤੂ ਹੈ। ਹੌਲੀ ਹੌਲੀ ਵੈਸੇ ਕਮਾਉਣੀ ਪੈਂਦੀ ਹੈ ਕਿ ਪਹਿਲਾਂ ਕੋਈ ਨਾ ਕਿਸੇ ਨੇ ਕੁਝ ਕਹਿ ਦਿੱਤਾ ਨਾ ਚਿਤਾਰੋ, ਔਖਾ ਤਾਂ ਹੁੰਦਾ, ਬੰਦਾ ਮੁਸ਼ਕਿਲ ਹੁੰਦੀ ਹੈ ਕਿ ਹਸਤੀ ਦਾ ਅਪਮਾਨ ਕਰ ਦਿੱਤਾ, ਪਰ ਉਹਨੂੰ ਹੌਲੀ ਹੌਲੀ ਛੱਡਦਾ ਜਾਵੇ ਅਤੇ ਰਵੇ ਸ਼ਬਦ ਦੇ ਆਧਾਰ ਵਿੱਚ। ਇਹ ਨਹੀਂ ਕਿ ਊਂ ਹੀ ਆਪਣੀ ਅਕਲ ਜੀ ਦੇ ਨਾਲ ਪੱਕਾ ਕਰੀ ਜਾਵੇ ਵੀ ਮੈਂ ਦੂਜੇ ਨੂੰ ਮਾਫ਼ ਕਰ ਦਿੱਤਾ। ਜਿਵੇਂ ਇੱਕ ਕਿਸੇ ਨਗਰ ਦੇ ਵਿੱਚੋਂ ਮਹਾਤਮਾ ਲੰਘ ਰਹੇ ਸਨ, ਤਾਂ ਕੋਈ ਬੰਦਾ ਉੱਪਰ ਆਪਣੇ ਕੋਠੇ ਦੇ ਉੱਪਰ ਡਿਆ ਸੀ ਕੋਈ ਸਫਾਈ ਆਦਿ ਕਰਨ, ਉਹਨੇ ਸਾਰਾ ਕੂੜਾ ਸੁੱਟ ਦਿੱਤਾ, ਮਹਾਤਮਾ ਦੇ ਸਿਰ 'ਚ ਪੈ ਗਿਆ। ਉਹ ਰਮਾਨ ਨਾਲ ਝਾੜ ਕੇ ਗੁਜ਼ਰਦੇ ਬਣੇ, ਅਤੇ ਉਹ ਜਿਹੜਾ ਸੀ ਬੰਦੇ ਨੂੰ ਜਦੋਂ ਪਤਾ ਲੱਗਾ ਕਿ ਉਹ ਕਿਸੇ ਦੇ ਸਿਰ 'ਚ ਪੈ ਗਿਆ, ਭੱਜ ਕੇ ਉਤਰਿਆ, ਬੜੀ ਦੂਰ ਤੱਕ ਭੱਜਦਾ ਗਿਆ, ਮਾਸਾ ਜਾ ਕੇ ਉਹਨਾਂ ਨੂੰ ਮਿਲਿਆ, ਕਹਿਣ ਲੱਗਾ ਜੀ ਮੇਰੇ ਕੋਲੋਂ ਗਲਤੀ ਹੋ ਗਈ। ਅਤੇ ਕਹਿਣ ਲੱਗਾ ਜੀ, ਕਹਿੰਦਾ ਕਿਹੜੀ ਗਲਤੀ ਹੋਈ? ਕਹਿੰਦਾ ਜੀ ਤੁਹਾਡੇ ਸਿਰ 'ਚ ਕੂੜਾ ਪਾ ਬੈਠਾ। ਕਹਿੰਦਾ ਨਹੀਂ ਤੂੰ ਪਾਇਆ ਨਹੀਂ, ਦਰਅਸਲ ਤੂੰ ਤਾਂ ਸੁੱਟਿਆ ਸੀ, ਵੱਖਰੀ ਗੱਲ, ਮੈਂ ਥੱਲੇ ਆ ਗਿਆ। ਕਹਿੰਦਾ ਤੂੰ ਰੋਜ਼ ਸੁੱਟਦਾ ਹੋਏਗਾ ਘਰ ਦੀ ਛੱਤ ਤੋਂ ਕੂੜਾ ਹੇਠਾਂ, ਸੁਭਾਵਿਕ ਅੱਜ ਮੈਂ ਥੱਲੇ ਆ ਗਿਆ, ਇਸ ਕਰਕੇ ਤੂੰ ਮੇਰੇ ਸਿਰ 'ਚ ਕੂੜਾ ਪਾਇਆ ਹੀ ਨਹੀਂ, ਮੈਂ ਤਾਂ ਆਪ ਥੱਲੇ ਆ ਗਿਆ। ਖਿਮਾ ਦਾ ਭਾਵ ਕੀ ਹੈ ਕਿ ਅਗਲੇ ਦੇ ਕਰਮ ਦੇ ਭਾਵ ਨੂੰ ਵਾਚਣਾ ਹੀ ਨਹੀਂ, ਆਪਣੀ ਹਸਤੀ ਨੂੰ ਵਾਚਣਾ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਖਿਮਾ ਤਹਿ ਆਪ। ਜਿੱਥੇ ਖਿਮਾ ਦਾ ਗੁਣ ਹੋਵੇ ਉੱਥੇ ਪਰਮੇਸ਼ਰ ਦੀ ਸਾਖੀ ਆਪ ਵਰਤਦੀ। ਇਸ ਪ੍ਰਕਾਰ ਇਸ ਸ਼ਲੋਕ ਦੀ ਵਿਆਖਿਆ ਆਪ ਦੇ ਸਨਮੁਖ ਵਿਸਥਾਰ ਦੇ ਨਾਲ ਸੰਪੂਰਨ ਰੂਪ ਦੇ ਵਿੱਚ ਰੱਖਣ ਦਾ ਯਤਨ ਕੀਤਾ। ਭਗਤ ਕਬੀਰ ਸਾਹਿਬ ਜੀ ਨੇ ਸਮੁੱਚੇ ਸ਼ਲੋਕ ਵਿੱਚ ਸਾਨੂੰ ਬਖਸ਼ਿਸ਼ ਕੀਤੀ ਸੀ ਕਿ ਜਦੋਂ ਮਨੁੱਖ ਕੋਲੋਂ ਗਿਆਨ ਹੋਵੇ, ਜਦੋਂ ਗਿਆਨ ਹੋਵੇਗਾ ਫਿਰ ਉਹਦੇ ਕੋਲੋਂ ਸਭ ਤਰ੍ਹਾਂ ਦੇ ਧਰਮ ਦਾ ਸੰਤੁਲਨ ਠੀਕ ਰੂਪ ਦੇ ਵਿੱਚ ਹੋਵੇਗਾ। ਜਦੋਂ ਉਹਨੂੰ ਪਤਾ ਹੋਵੇਗਾ ਕਿ ਮਨ ਨੂੰ ਕਿਵੇਂ ਗਿਆਨ ਦੇ ਸਹਿਤ ਕੰਟਰੋਲ ਵਿੱਚ ਰੱਖਣਾ ਹੈ, ਆਪਣੇ ਜੀਵਨ ਦਾ ਮਨੋਰਥ ਗਿਆਨ ਨਾਲ ਕਿਵੇਂ ਬੁੱਝਣਾ ਹੈ, ਫਿਰ ਉਹ ਸਹੀ ਧਰਮੀ ਹੋਏਗਾ। ਜਦੋਂ ਮਨੁੱਖ ਨੂੰ ਪਤਾ ਹੋਏਗਾ ਜੇ ਵੀ ਝੂਠਾ ਕਿਵੇਂ ਹਾਂ ਮੈਂ, ਜਿਵੇਂ ਕੱਲ੍ਹ ਅਰਜ਼ ਕੀਤੀ ਸੀ ਕਿ ਅਕਸਰ ਅਸੀਂ ਆਖਦੇ ਸਾਨੂੰ ਝੂਠਾ ਬੰਦਾ ਪਸੰਦ ਨਹੀਂ, ਪਰ ਜੇ ਬਾਣੀ 'ਚ ਵਾਕ ਪੜ੍ਹੀਏ 99% ਜਗਤ ਤਾਂ ਝੂਠਾ ਤੁਰਿਆ ਫਿਰਦਾ ਹੈ। ਸੋ ਝੂਠਾ ਜੋ ਝੂਠੇ ਲਾਗੇ, ਜਿਹੜੇ ਨਾਸ਼ਵਾਨ ਪਦਾਰਥਾਂ ਦਾ ਮੋਹ ਹੰਡਾ ਰਹੇ ਨੇ, ਝੂਠ ਦੇ ਸਹਿਤ ਹੀ ਜਿਉਂ ਰਹੇ ਨੇ। ਤਾਂ ਇਸ ਕਰਕੇ ਪਾਪ ਉਦੋਂ ਪੈਦਾ ਹੁੰਦਾ ਜਦੋਂ ਮਨੁੱਖ ਦੇ ਅੰਦਰ ਝੂਠ ਦਾ ਤਸੱਵੁਰ ਬਣ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਲੋਭ ਦੀ ਪ੍ਰਵਿਰਤੀ, ਇਸ ਕਰਕੇ ਗਿਆਨ ਨਾ ਹੋਣ ਕਰਕੇ ਅਗਿਆਨ, ਅਗਿਆਨ ਹੋਣ ਕਰਕੇ ਹਨੇਰਾ, ਅਤੇ ਹਨੇਰੇ ਕਰਕੇ ਝੂਠ, ਅਤੇ ਝੂਠ ਕਰਕੇ ਲੋਭ, ਅਤੇ ਲੋਭ ਕਰਕੇ ਕਾਲ, ਅਤੇ ਕਾਲ ਕਰਕੇ ਫਿਰ ਇਹਨਾਂ ਤਿੰਨਾਂ ਗੁਣਾਂ ਨੂੰ ਆਰੰਭ ਹੋਇਆ ਸੀ ਗਿਆਨ ਤੋਂ, ਅਤੇ ਅੰਤ ਹੋਇਆ ਖਿਮਾ ਤਹਿ ਆਪ। ਕਿ ਗਿਆਨ ਦੇ ਸੁਭਾਵ ਦੇ ਨਾਲ ਹੀ ਖਿਮਾ ਦਾ ਉੱਚਤਮ ਗੁਣ ਧਾਰਨ ਕੀਤਾ ਜਾਂਦਾ ਹੈ ਅਤੇ ਫਿਰ ਉਹਨੂੰ ਧਰਤੀ 'ਤੇ ਵਰਤਾਇਆ ਜਾਂਦਾ। ਇਸ ਪ੍ਰਕਾਰ ਸਾਨੂੰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਧਰਮ ਗਿਆਨ ਦੇ ਉੱਚੇ ਭਾਵ ਨੂੰ ਧਾਰਨ ਕਰੋ ਕਿ ਸਹੀ ਧਰਮੀ ਬਣ ਸਕੋ। ਝੂਠ ਦੀ ਸਾਰੀ ਮੈਲ ਨੂੰ ਛੱਡੋ ਤਾਂ ਕਿ ਪਾਪੀ ਕਰਮ ਤੋਂ ਮੁਕਤ ਹੋ ਜਾਈਏ। ਲੋਭ ਦੀਆਂ ਸਾਰੀਆਂ ਲੋਭ ਦਾ ਸੌਖਾ ਜਿਹਾ ਹੱਲ ਹੈ, ਪ੍ਰਵਿਰਤੀ ਤੋਂ ਮੁਕਤ ਹੋ ਜਾਓ, ਆਪਣੇ ਆਪ ਨੂੰ ਪੂਰਨ ਸਮਝੋ ਹਰ ਵੇਲੇ, ਤਾਂ ਉਹਦੇ ਤੋਂ ਕਾਲ ਦੀ ਥੋੜ੍ਹ ਦੀ ਸਾਰੀ ਭਾਵਨਾ ਮਿਟ ਜਾਏਗੀ। ਅਤੇ ਜਦੋਂ ਖਿਮਾ ਆਏਗੀ ਅਤੇ ਖਿਮਾ ਦੇ ਨਾਲ ਕਿਸੇ ਨੂੰ ਬਖਸ਼ ਕੇ ਜਿਹੜਾ ਆਪਣੇ ਆਪ ਨੂੰ, ਕਿਸੇ ਨੂੰ ਖਿਮਾ ਕਰਕੇ ਜਿਹੜਾ ਅੰਦਰੂਨੀ ਸਕੂਨ ਪੈਦਾ ਹੁੰਦਾ ਹੈ, ਉਹ ਕਿਸੇ ਹੋਰ ਕਰਮ ਦੇ ਵਿੱਚੋਂ ਨਹੀਂ ਪੈਦਾ ਹੁੰਦਾ। ਇਸ ਕਰਕੇ ਜਹਾਂ ਖਿਮਾ ਤਹਿ ਆਪ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ
ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏਗੀ। ਸਤਿਗੁਰੂ ਦੇ ਸ਼ਬਦ ਨਾਲ ਜੁੜ ਕੇ ਤੀਖਣ ਗਿਆਨ ਨੂੰ ਕਮਾਈਏ। ਤੀਖਣ ਗਿਆਨ ਨੂੰ ਕਮਾਉਣ ਦਾ ਮਤਲਬ ਕੀ ਹੈ ਕਿ ਜਿਵੇਂ 3 ਦਿਨਾਂ ਦੇ ਵਿੱਚ ਗਿਆਨ ਕੀ ਹੁੰਦਾ, ਝੂਠ ਕੀ ਹੁੰਦਾ, ਲੋਭ ਕੀ ਹੁੰਦਾ ਅਤੇ ਖਿਮਾ ਕੀ ਹੁੰਦੀ ਹੈ, ਇਹਦੇ ਵਿਸਥਾਰ ਵਿੱਚ ਚਰਚਾ ਕਰਨ ਦਾ ਯਤਨ ਕੀਤਾ ਹੈ। ਪਹਿਲਾਂ ਇਹਨੂੰ ਧਾਰਨ ਕਰੀਏ, ਫਿਰ ਜਦੋਂ ਇਹਨੂੰ ਧਾਰਨ ਕਰਾਂਗੇ ਫਿਰ ਸਾਡੀ ਸਾਧਨਾ ਸ਼ੁਰੂ ਹੋਏਗੀ ਅਤੇ ਗੁਰੂ ਕੀ ਕਿਰਪਾ ਦੇ ਅਸੀਂ ਪਾਤਰ ਬਣਾਂਗੇ। ਗੁਰਬਾਣੀ 'ਚ ਵਾਕ ਆਉਂਦਾ ਹੈ, ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ, ਕਿ ਅਸਲ ਗੁਰਮੁਖੀ ਉਹ ਹੈ ਜਿਹਦੇ ਜੀਵਨ 'ਚ ਬਾਣੀ ਦੀ ਵਿਚਾਰ ਪੈਦਾ ਹੁੰਦੀ ਹੈ। ਅਸੀਂ ਵੈਸੇ ਵੀ ਬੜੀਆਂ ਵਿਚਾਰਾਂ ਕਰਦੇ, ਕੋਈ ਇਕੱਲੀ ਗੁਰਬਾਣੀ ਦੀ ਗੱਲ ਥੋੜ੍ਹਾ ਹੈ। ਬੰਦਾ ਸਾਰਾ ਦਿਨ ਕਿਰਤ ਕਰਕੇ ਆਉਂਦਾ, ਸ਼ਾਮੀ ਬੈਠ ਕੇ ਹਿਸਾਬ ਲਾਉਂਦਾ ਕਿੰਨੇ ਕਮਾਏ ਕਿੰਨੇ ਖਰਚੇ। ਦੁਨੀਆ ਦੇ ਵਿੱਚ ਆਂਢ ਗੁਆਂਢ 'ਚ ਕੋਈ ਘਟਨਾ ਹੋ ਜਾਏ ਬਿਮਾਰੀ ਦੀ, ਕਰਜ਼ੇ ਦੀ, ਉਹਦੀ ਵੀ ਵਿਚਾਰ ਕਰਦੇ ਹਾਂ, ਸਾਰੀਆਂ ਵਿਚਾਰਾਂ ਕਰਦੇ ਹਾਂ। ਅਤੇ ਫਿਰ ਸ਼ਬਦ ਦੀ ਵਿਚਾਰ ਵੀ ਕਰਨੀ ਗੁਰਸਿੱਖਾਂ ਦੇ ਲਈ ਅਤੀ ਜ਼ਰੂਰੀ ਹੈ। ਸਤਿਗੁਰੂ ਕਿਰਪਾ ਕਰੇ ਸਾਡਾ ਸਾਰਿਆਂ ਦਾ ਇਹ ਜੀਵਨ ਭਰ ਦਾ ਕਰਮ ਬਣ ਜਾਏ ਜੀ। ਸਾਰੇ ਗੁਰੂ ਬਖਸ਼ਿਸ਼ ਦੇ ਪਾਤਰ ਬਣ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ ਜੀ। ਪਾਵਨ ਸ਼ਬਦ ਵਿਚਾਰ ਜੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ